ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ਆਫੀਸ਼ੀਅਲ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਨਮਸਤੇ ਆਦਾਬ। ਸੋ ਸਬ ਇੰਸਪੈਕਟਰ ਦਾ ਵੀ ਐਗਜ਼ਾਮ ਹੈ ਤੇ ਕੋਆਪਰੇਟਿਵ ਬੈਂਕ ਦਾ ਵੀ ਐਗਜ਼ਾਮ ਹੈ, ਰਾਈਟ ਹੈ। ਸੋ ਕਾਫੀ ਬੱਚਿਆਂ ਦੇ ਜਿਹੜੇ ਮੈਥ ਦੇ ਵਿੱਚ, ਜਿਵੇਂ ਆਪਾਂ ਪਹਿਲਾਂ ਪਟਵਾਰੀ ਵਾਸਤੇ ਇੱਕ ਸੀਰੀਜ਼ ਸਟਾਰਟ ਕੀਤੀ ਸੀ, ਚਲੋ ਹੁਣ ਸੀਰੀਜ਼ ਕਰਨ ਦਾ ਸਟਾਰਟ ਕਰਨ ਦਾ ਮੌਕਾ ਤਾਂ ਨਹੀਂ ਮਿਲਿਆ ਕਿਉਂਕਿ ਟਾਈਮ ਹੀ ਬਹੁਤ ਥੋੜਾ ਗਾ, ਰਾਈਟ। ਸੋ ਪਟਵਾਰੀ ਪ੍ਰੀ ਦੇ ਲਈ ਆਪਾਂ ਬਹੁਤ ਸਾਰੀ ਤਕੜੀਆਂ ਸੀਰੀਜ਼ ਚਲਾਈਆਂ ਸੀ, ਜਿਹਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਸਾਰਾ ਪੇਪਰ ਆ ਜਿਹੜਾ ਐਜ਼ ਇਟ ਇਜ਼ ਉਹ ਆਇਆ ਹੀ ਆਇਆ। ਕੋਈ ਵੀ ਕੁਐਸਚਨ ਐਸਾ ਹੈ ਹੀ ਨਹੀਂ ਜੋ ਪਟਵਾਰੀ ਦੇ ਵਿੱਚ ਨਾ ਆਇਆ ਹੋਵੇ। ਜੇਕਰ ਨਹੀਂ ਯਕੀਨ ਤਾਂ ਤੁਸੀਂ ਦੇਖ ਸਕਦੇ ਹੋ, ਜਿਨ੍ਹਾਂ ਨੇ ਨਹੀਂ ਉਹ ਸੀਰੀਜ਼ ਦੇਖੀਆਂ। ਪਟਵਾਰੀ ਸੀਰੀਜ਼ ਇੱਕ 15 ਦਿਨਾਂ ਦੀ ਸੀਰੀਜ਼ ਹੈ ਜਿਹੜੀ ਉਹ ਚੱਲੀ ਹੋਈ ਆ, ਰਾਈਟ, ਯਾਨੀ ਚੱਲੀ ਹੋਈ ਸੀ। ਹੁਣ ਆਪਾਂ ਇੱਕ ਮੋਸਟ ਐਕਸਪੈਕਟਡ ਕੁਐਸਚਨ ਕਹਿ ਸਕਦੇ ਹੋ ਜਿਹੜੇ ਕਿ ਕੋਆਪਰੇਟਿਵ ਬੈਂਕ ਵਾਸਤੇ ਆ, ਜਾਂ ਜਿਹੜਾ ਡੈਡੀਕੇਟ ਆ, ਮੋਸਟ ਡੈਡੀਕੇਟ ਤੁਸੀਂ ਇਹ ਵੀਡੀਓ ਕਹਿ ਸਕਦੇ ਹੋ ਕਿਹਦੇ ਵਾਸਤੇ, ਪਹਿਲਾਂ ਸਬ ਇੰਸਪੈਕਟਰ ਵਾਸਤੇ। ਹਾਲਾਂਕਿ ਓਬਵੀਅਸਲੀ ਗੱਲ ਆ ਕਿ ਇੰਨਾ ਜ਼ਿਆਦਾ ਟਾਈਮ ਨਹੀਂ ਹੈਗਾ ਕਿ ਹਰੇਕ ਚੈਪਟਰ ਦੇ ਵਿੱਚੋਂ ਹਰੇਕ ਕੁਐਸਚਨ ਮੈਂ ਚੱਕ ਸਕਦਾ, ਬਟ ਜਿੰਨਾ ਵੀ ਮੇਰੇ ਤੋਂ ਕੋਸ਼ਿਸ਼ ਹੋ ਕੇ ਇਹ ਵੀਡੀਓ ਬਣ ਗਈ, ਰਾਈਟ, ਉਹ ਤੁਹਾਡੇ ਵਾਸਤੇ ਫਾਇਦਾ ਦੇ ਸਕਦੀ ਹੈ, ਇਹ ਮੈਂ ਗਰੰਟੀ ਸ਼ਿਓਰਿਟੀ ਦੇ ਸਕਦਾਗਾ, ਰਾਈਟ। ਅਤੇ ਬਾਕੀ ਇੱਕ ਗੱਲ ਮੈਂ ਹੋਰ ਦੱਸਦਾ ਕਿ ਟਾਈਮ ਦੀ ਸ਼ਾਰਟੇਜ ਜ਼ਰੂਰ ਹੈ। ਜੇਕਰ ਤੁਸੀਂ ਨਵੇਂ ਚੈਨਲ 'ਤੇ ਆਏ ਹੋ ਤਾਂ ਤੁਸੀਂ ਪਟਵਾਰੀ ਵਾਲੀਆਂ ਜੇਕਰ ਮੈਥ ਵਾਲੀ ਸੀਰੀਜ਼ ਦੇਖ ਜਾਓਗੇ, ਤੁਹਾਡਾ 90 to 95% ਆ ਜਿਹੜਾ ਤੁਹਾਡਾ ਫਾਇਦਾ ਹੋ ਜਾਊਗਾ, ਇਹ ਮੈਂ ਗਰੰਟੀ ਦਿੰਦਾ। 100% ਵੀ ਹੋ ਸਕਦਾ ਗਾ, ਰਾਈਟ। ਯਾਨੀ ਉਹ ਸੀਰੀਜ਼ ਤੁਹਾਡੇ ਕੋਲ ਜੇਕਰ ਮੌਕਾ ਹੈਗਾ ਦੇਖਣ ਦਾ, ਟਾਈਮ ਹੈਗਾ, ਤਾਂ ਤੁਸੀਂ ਉਹ ਸੀਰੀਜ਼ ਨੂੰ ਦੇਖ ਸਕਦੇ ਹੋ। ਤੇ ਬਾਕੀ ਆਹ ਸੀਰੀਜ਼ ਤਾਂ ਦੇਖਣੀ ਬਣਦੀ ਹੀ ਬਣਦੀ ਆ, ਰਾਈਟ। ਤਾਂ ਚਲੋ ਆਪਾਂ ਕੁਐਸਚਨ ਸਟਾਰਟ ਕਰਦੇ ਹਾਂ। ਮੈਥ ਦੇ ਕੁਐਸਚਨ, ਮੋਸਟ ਇੰਪੋਰਟੈਂਟ ਕੁਐਸਚਨਸ। ਰੇਸ ਅਕੈਡਮੀ ਅਫੀਸ਼ੀਅਲ ਤੇ ਤੁਹਾਡਾ ਸਵਾਗਤ ਹੈ। ਜੇਕਰ ਤੁਸੀਂ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਦਬਦਿਆ ਕਰੋ ਬੈਲ ਆਈਕਨ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਨੋਟੀਫਿਕੇਸ਼ਨਸ ਮਿਲ ਸਕਣ। ਤੇ ਜਿਹੜੀ ਗੱਲ ਹੈਗੀ ਹੈ, ਟੈਲੀਗ੍ਰਾਮ ਗਰੁੱਪ ਹੈ ਜਾਂ ਜਿਹੜੀ ਆਪਣੀ ਰੇਸ ਅਕੈਡਮੀ ਅਫੀਸ਼ੀਅਲ ਦੀ ਐਪਲੀਕੇਸ਼ਨ ਹੈ, ਤੁਸੀਂ ਉਸ ਨੂੰ ਇੰਸਟਾਲ ਕਰ ਸਕਦੇ ਹੋ। ਤੇ ਬਾਕੀ 15 ਅਗਸਤ ਦੀਆਂ ਵਧਾਈਆਂ। 15 ਅਗਸਤ ਆਜ਼ਾਦ ਆਪਾਂ ਅੱਜ ਹੋਏ ਸੀਗੇ, ਸੋ ਆਜ਼ਾਦੀ ਦੀਆਂ ਮੁਬਾਰਕਾਂ। ਤੇ ਬਾਕੀ ਆਜ਼ਾਦੀ ਦਿਵਸ ਨੂੰ ਮਨਾਉਣ ਕਰਕੇ ਤੁਸੀਂ ਕਹਿ ਸਕਦੇ ਹੋ ਕਿ 50% ਆਫ ਆ ਜਿਹੜਾ ਉਹ ਸਾਰੇ ਕੋਰਸਿਸ ਤੇ ਲੱਗਿਆ ਹੋਇਆ ਸੀਗਾ। ਜੇਕਰ ਤੁਸੀਂ ਐਪਲੀਕੇਸ਼ਨ ਤੇ ਹੈਗੇ ਹੋ ਤੇ ਤੁਹਾਨੂੰ ਨਹੀਂ ਇਸ ਚੀਜ਼ ਬਾਰੇ ਪਤਾ ਤਾਂ ਤੁਸੀਂ ਜੁਆਇਨ ਕਰ ਸਕਦੇ ਕੋਰਸਿਸ ਨੂੰ। ਤਾਂ ਚਲੋ ਆਪਾਂ ਕਰਦੇ ਹਾਂ ਸਟਾਰਟ ਕੁਐਸਚਨਾਂ ਨੂੰ। ਮੋਸਟ ਐਕਸਪੈਕਟਡ ਕੁਐਸਚਨ ਤੁਸੀਂ ਕਹਿ ਸਕਦੇ ਹੋ ਤੁਹਾਡੇ ਸਬ ਇੰਸਪੈਕਟਰ ਵਾਸਤੇ ਤੇ ਜਾਂ ਫਿਰ ਕੋਆਪਰੇਟਿਵ ਇੰਸਪੈਕਟਰ ਵਾਸਤੇ, ਰਾਈਟ ਹੋ ਗਿਆ। ਸੋ ਸਭ ਤੋਂ ਪਹਿਲਾਂ ਕੁਐਸਚਨ ਆ ਗਿਆ, ਬਹੁਤ ਹੀ ਸੌਖਾ, ਸਿੰਪਲੀਫਿਕੇਸ਼ਨ ਤੋਂ ਕੁਐਸਚਨ ਆ ਜਿਹੜੇ ਬਹੁਤ ਜਵਾਕਾਂ ਨੂੰ ਤੰਗ ਕਰਦੇ ਆ, ਤਾਂ ਉਹਨਾਂ ਬਾਰੇ ਆਪਾਂ ਚਰਚਾ ਕਰ ਰਹੇ ਹਾਂ। ਅੱਛਾ, ਮੈਂ ਇੱਕ ਹਿੰਟ ਦੇ ਦਿੰਦਾ, ਤਰੀਕਾ ਦੱਸ ਦਿੰਦਾ ਕਿ ਇਸ ਦੇ ਵਿੱਚ ਜੋ ਮੈਂ ਕੁਐਸਚਨ ਪਾਏ ਆ, ਕੋਸ਼ਿਸ਼ ਕੀਤੀ ਆ ਕਿ ਪਟਵਾਰੀ ਵਾਲੀ ਸੀਰੀਜ਼ ਦੇ ਵਿੱਚ ਉਹ ਆਪਾਂ ਨਹੀਂ ਕੀਤੇ ਹੋਏ। ਕਾਰਨ ਕੀ ਆ ਕਿ ਓਬਵੀਅਸਲੀ ਗੱਲ ਆ, ਜੇਕਰ ਪਹਿਲਾਂ ਕੁਝ ਕੁਐਸਚਨ ਪੜ੍ਹਾਏ ਹੋਏ ਆ ਤਾਂ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ। ਵਾਰ-ਵਾਰ ਉਹਨਾਂ ਕੁਐਸਚਨ ਨੂੰ ਨਹੀਂ ਕਰਕੇ ਆਪਾਂ ਟਾਈਮ ਵੇਸਟ ਨਹੀਂ ਕਰਨਾ। ਸੋ ਕੋਸ਼ਿਸ਼ ਕੀਤੀ ਆ ਕਿ ਇਹਦੇ ਵਿੱਚ ਨਵੇਂ ਕੁਐਸਚਨ ਤੇ ਮੋਸਟ ਐਕਸਪੈਕਟਡ ਕੁਐਸਚਨ ਜੋੜੇ ਜਾਣ। ਬਾਕੀ ਤੁਸੀਂ ਪਟਵਾਰੀ ਵਾਲੀ ਸੀਰੀਜ਼ ਜ਼ਰੂਰ ਦੇਖ ਲਿਓ, ਤੁਹਾਡੇ ਵਾਸਤੇ ਉਹ ਪੱਕਾ ਫਾਇਦਾ ਕਰੇਗੀ, ਰਾਈਟ। ਤਾਂ ਜਿਵੇਂ ਕੁਐਸਚਨ ਕੀ ਆ ਕਿ x ਬਰਾਬਰ ਜਿਹੜਾ ਹੈਗਾ -0.5 ਹੈ, ਦੈਨ ਵਿਚ ਆਫ ਦਾ ਫੋਲੋਇੰਗ ਹੈਜ਼ ਦਾ ਸਮੋਲੈਸਟ ਵੈਲਿਊ। ਤਾਂ ਸਮੋਲੈਸਟ ਵੈਲਿਊ ਕੀ ਹੋਊਗੀ? ਬਿਲਕੁਲ ਸੌਖਾ ਕੁਐਸਚਨ ਹੈ, ਕੁਐਸਚਨ ਨੂੰ ਦੇਖ ਕੇ ਘਬਰਾਉਣਾ ਨਹੀਂ, ਥੋੜਾ ਜਿਹਾ ਦਿਮਾਗ ਲਾਓ ਕਿ ਜੇਕਰ x ਆ ਜਿਹੜੀ ਉਹ -0.5 ਹੈ ਤਾਂ ਇਹਦਾ ਮਤਲਬ -1/2 ਹੈ। -1/2 ਹੈ, ਯਾਨੀ ਜੇਕਰ ਮੈਂ ਇਹਨੂੰ ਦੇਖੂੰਗਾ -1/2, ਯਾਨੀ ਇਹ -1/2 ਉੱਪਰ ਜਾ ਵੜੂਗਾ, ਯਾਨੀ ਇਹ -2 ਬਣ ਜੂਗਾ। ਇਹ -2 ਬਣ ਜੂਗਾ। ਜੇਕਰ ਇਹਨੂੰ ਉਲਟ ਕਰਦਾ ਤਾਂ -2 ਬਣ ਜੂਗਾ, ਤਾਂ ਇਹ -2 ਵੈਲਿਊ ਹੋ ਗਈ। ਚਲੋ, ਇਸ ਤੋਂ ਬਾਅਦ ਧਿਆਨ ਦੇ ਨਾਲ ਹਰੇਕ ਨੂੰ ਦੇਖਣਾਗਾ ਕਿ ਜਦੋਂ ਮੈਂ ਇਹਨੂੰ ਕਰੂੰਗਾ, ਯਾਨੀ ਇਹ ਬਣ ਗਿਆ ਤੁਹਾਡਾ 2 ਦੀ ਪਾਵਰ 1/x। ਹੁਣ 1/x -2 ਹੈ, ਯਾਨੀ ਇਹ ਬਣ ਗਿਆ 2 ਦੀ ਪਾਵਰ -2। 1/x ਕੀ ਹੈ? 2 ਦੀ ਪਾਵਰ -2 ਬਣ ਗਿਆ, ਯਾਨੀ ਇਹ ਤੁਹਾਡਾ ਕੀ ਬਣ ਜੂਗਾ? 1/2, ਇਹ ਬਣ ਗਿਆ 1/4, ਰਾਈਟ ਹੈ। 2 ਦੀ ਪਾਵਰ ਜਦੋਂ ਪਾਵਰ ਮਾਈਨਸ ਦੇ ਵਿੱਚ ਵਟਾ ਕਰ ਲਈਦਾ, ਪਾਵਰ ਇੰਨਾ ਕੁ ਤਾਂ ਪਤਾ ਹੀ ਹੋਊਗਾ। ਪਾਵਰ ਜਦੋਂ ਮਾਈਨਸ ਕਰ ਲਈ, ਇਹ ਰਿਵੀਜ਼ਨ ਕਲਾਸ ਹੈ। ਪਹਿਲਾਂ ਦੱਸ ਦਿੰਦਾ ਕਿ ਕੋਈ ਐਸਾ ਬੱਚਾ ਨਾ ਆ ਜਾਏ ਜਿਹਨੇ ਮੈਥ ਅਜੇ ਤੱਕ ਪੜ੍ਹਿਆ ਨਹੀਂ, ਤਾਂ ਇਹ ਸੋਚ ਕੇ ਆ ਗਿਆ ਕਿ ਪਤਾ ਨਹੀਂ ਇੱਥੇ ਕੀ ਜਾਦੂ ਮੰਤਰ ਹੈ ਤੇ ਮੈਂ ਇਹੀ ਕੁਐਸਚਨ ਕਰਕੇ ਪੇਪਰ ਕਲੀਅਰ ਕਰ ਦੂੰਗਾ। ਐਵੇਂ ਨਹੀਂ ਹੋ ਸਕਦਾ, ਇਹ ਰਿਵੀਜ਼ਨ ਹੈ, ਠੀਕ ਹੈ ਨਾ। ਸੋ ਇੰਨਾ ਕੁ ਤਾਂ ਪਤਾ ਹੋਣਾ ਚਾਹੀਦਾ। ਸੋ 1/2 ਦੀ ਪਾਵਰ 2 ਹੈ, ਸੋ 1/4 ਆ ਗਿਆ, ਯਾਨੀ ਇਹ 1/4 ਹੋ ਗਿਆ। ਇਸੇ ਤਰੀਕੇ ਨਾਲ ਇੱਥੇ ਵੀ ਸਕੁਅਰ ਹੈ, ਇੱਥੇ ਵੀ ਦਿਮਾਗ ਲਾਉਣਾ। ਹਰੇਕ ਚੀਜ਼ ਨੂੰ ਸੋਲਵ ਨਹੀਂ ਕਰੀਦਾ ਮੈਥ ਦੇ ਵਿੱਚ। ਇੱਥੇ ਸਕੁਅਰ ਹੈ, ਤਾਂ ਹੁਣ ਜੇਕਰ ਮੰਨ ਲਓ ਇਹ -0.5 ਹੈ ਤਾਂ ਜਦੋਂ ਸਕੁਅਰ ਕਰਾਂਗੇ ਤਾਂ ਇਹ ਵੀ ਪੋਜ਼ਿਟਿਵ ਵੈਲਿਊ ਬਣ ਜੂਗੀ, ਰਾਈਟ ਹੈ। ਇਸੇ ਤਰੀਕੇ ਦੇ ਨਾਲ 2 ਦੀ ਪਾਵਰ ਇਹ x ਆ, ਤਾਂ ਪਾਵਰ ਦੇ ਵਿੱਚ ਜਦੋਂ ਆਪਾਂ ਮਾਈਨਸ ਲੈ ਕੇ ਜਾਵਾਂਗੇ ਤਾਂ ਉਹ ਵੀ 1 ਕੁਛ ਨਾ ਕੁਛ ਬਣ ਜਾਣਾਗਾ, ਯਾਨੀ 1/√2 ਬਣ ਜੂਗਾ। 1/√2 ਬਣ ਜੂ, ਯਾਨੀ ਇਹ ਵੀ ਵੈਲਿਊ ਜਿਹੜੀ ਪੋਜ਼ਿਟਿਵ ਬਣ ਗਈ। ਹੁਣ ਦੇਖੋ, ਸਿੱਧੀ ਜੀ ਗੱਲ, ਆਪਾਂ ਨੂੰ ਮਿਨੀਮਮ ਵੈਲਿਊ ਪੁੱਛਿਆ, ਯਾਨੀ ਸਮਾਲੈਸਟ ਵੈਲਿਊ ਪੁੱਛਿਆਗਾ। ਆਪਾਂ ਨੂੰ ਸਮਾਲੈਸਟ ਵੈਲਿਊ ਪੁੱਛਿਆ। ਹੁਣ ਆ ਵੀ ਪੋਜ਼ਿਟਿਵ ਬਣ ਗਈ, ਆ ਵੀ ਪੋਜ਼ਿਟਿਵ ਬਣ ਗਈ, ਆ ਵੀ ਪੋਜ਼ਿਟਿਵ ਬਣ ਗਈ, ਨੈਗੇਟਿਵ ਵੈਲਿਊ ਆ ਗਈ। ਸੋ ਸਭ ਤੋਂ ਛੋਟੀ ਵੈਲਿਊ ਕਿਹੜੀ ਹੋਗੀ? ਆਹੀ ਹੋਗੀ ਜਿਹੜੀ ਵੈਲਿਊ ਨੈਗੇਟਿਵ ਹੈ। ਜੇ ਹੁਣ ਮੰਨ ਲਓ ਤੁਹਾਨੂੰ ਕਹਿਦਾ ਕਿ ਆਹ -1 ਆ, ਆਹ 1 ਆ, ਆਹ 2 ਆ, ਆਹ 3 ਆ, ਆਹ 4 ਆ, ਤਾਂ ਮੈਂ ਕਹਾਂ ਸਭ ਤੋਂ ਸਮਾਲੈਸਟ ਕਿਹੜੀ ਹੈ? ਤੁਸੀਂ ਕਹੋਗੇ ਜਿਹੜੀ ਮਾਈਨਸ ਵਾਲੀ ਹੈ, ਰਾਈਟ। ਜੇ ਮੰਨ ਲਓ ਤੁਹਾਨੂੰ ਮੈਂ ਐਂ ਲਿਖਦਾ ਕਿ
7 ਮਾਈਨਸ 8 ਮਾਈਨਸ 9 ਤਾਂ ਇਹਦੇ ਵਿੱਚੋਂ ਸਭ ਤੋਂ ਸਮਾਲੈਸਟ ਵੈਲਿਊ ਕਿਹੜੀ ਹੋਊਗੀ -9 ਹੋਊਗੀ। ਤਾਂ ਵੈਸੇ ਆਪਾਂ 1 2 3 4 5 ਕਰਦੇ ਤਾਂ ਜੇ ਇੱਥੇ 9 ਹੋ ਜੇ ਤਾਂ 9 ਸਭ ਤੋਂ ਵੱਡੀ ਵੈਲਿਊ ਹੋ ਜੂ, ਪਰ ਜੇ ਮਾਈਨਸ ਦੇ ਵਿੱਚ ਕਰਾਂਗੇ ਤਾਂ ਹਮੇਸ਼ਾ ਡਿਸੈਂਡਿੰਗ ਆਰਡਰ ਦੇ ਵਿੱਚ ਜਾਊਗਾ, ਘੱਟ ਦੇ ਕ੍ਰਮ ਦੇ ਵਿੱਚ, ਰਾਈਟ ਹੈ। ਸੋ ਸਿੱਧੀ ਜੀ ਗੱਲ ਹੈ ਕਿ -1 -2 -3 -4 -9 ਆ ਜਿਹੜਾ ਸਭ ਤੋਂ ਛੋਟਾ ਹੋ ਜਾਊਗਾ, ਰਾਈਟ ਹੈ। ਇਸੇ ਤਰੀਕੇ ਦੇ ਨਾਲ ਹੈ ਕਿ ਬਾਕੀ ਵੈਲਿਊ ਜਿਹੜੀ ਹੈ ਪੋਜ਼ਿਟਿਵ ਹੈ, ਆਹ ਨੈਗੇਟਿਵ ਹੈ, ਤੇ ਇਸ ਕਰਕੇ ਇਹ ਆਨਸਰ ਆ ਜਾਏਗਾ। ਬਿਲਕੁਲ ਸੌਖਾ ਹੈ। ਚਲੋ ਆਪਾਂ ਨੈਕਸਟ ਕੁਐਸਚਨ ਕਰਦੇ ਹਾਂ। ਦੇਖੋ ਇਸ ਤਰੀਕੇ ਦਾ ਸਿੰਪਲੀਫਿਕੇਸ਼ਨ ਦੇ ਵਿੱਚ ਕੁਐਸਚਨ ਤੁਹਾਨੂੰ ਆ ਸਕਦਾ ਹੈਗਾ, ਰਾਈਟ ਹੈ। ਦੇਖੋ ਕੁਐਸਚਨ ਕੀ ਆ, ਕਹਿੰਦਾ n ਦੀ ਵੈਲਿਊ ਹੈਗੀ ਆ, n ਦੀ ਵੈਲਿਊ ਹੈ ਜਿਹੜੀ ਉਹ ਭਾਈ ਤੁਹਾਨੂੰ ਦੇ ਰੱਖੀ ਆ, ਵਟ ਇਜ਼ ਦਾ ਵੈਲਿਊ ਆਫ ਦਿਸ, ਰਾਈਟ ਹੋ ਗਿਆ। ਹੁਣ ਸਿੱਧੀ ਜੀ ਗੱਲ ਹੈ, ਯਾਨੀ ਇਹਨੂੰ ਜੇਕਰ ਆਪਾਂ ਲਿਖਾਂਗੇ ਤਾਂ √7 ਮਾਈਨਸ √3 √7 ਪਲੱਸ √3, ਰਾਈਟ ਹੈ। ਤੇ 1/n ਤਾਂ ਇਹਨੂੰ ਉਲਟ ਕਰ ਦਿਓ, ਯਾਨੀ ਇਹ ਆ ਜਾਊਗਾ √7 ਪਲੱਸ √3 ਤੇ ਇੱਥੇ ਆ ਜਾਊਗਾ √7 ਮਾਈਨਸ √3, ਆਹੀ ਆ ਗਿਆ, ਇਹਨੂੰ ਉਲਟ ਕਰਤਾ ਬਸ, ਕਿਉਂਕਿ ਆਪਾਂ ਇਹਦੀ ਵੈਲਿਊ ਕੱਢਣੀ ਹੈ। ਹੁਣ ਜਦੋਂ ਇਹਦੀ ਵੈਲਿਊ ਕੱਢੋਗੇ ਤੁਸੀਂ ਕੀ ਕਰੋਗੇ, ਲਘੁੱਤਮ ਲਓਗੇ, ਐਲਸੀਐਮ ਲਿਆ ਤਾਂ ਐਲਸੀਐਮ ਲਿਆ ਤਾਂ ਪਲੱਸ ਹੈ, ਆਹ ਮਾਈਨਸ ਹੈ, ਯਾਨੀ ਆਹ ਜਿਹੜਾ ਫਾਰਮੂਲਾ ਬਣ ਗਿਆ ਕੀ ਬਣ ਗਿਆ, a ਪਲੱਸ b ਦਾ ਫਾਰਮੂਲਾ ਬਣ ਗਿਆ, ਆਹ ਬਣ ਗਿਆ ਤੁਹਾਡੇ a ਮਾਈਨਸ b ਦਾ ਫਾਰਮੂਲਾ ਬਣ ਗਿਆ। ਯਾਨੀ a ਮਾਈਨਸ b ਤੇ a ਪਲੱਸ b ਕੀ ਹੁੰਦਾ, a ਸਕੁਅਰ ਮਾਈਨਸ b ਸਕੁਅਰ, a ਸਕੁਅਰ ਯਾਨੀ 7 ਆ ਗਿਆ, ਮਾਈਨਸ b ਸਕੁਅਰ ਮਾਈਨਸ 3 ਆ ਗਿਆ, ਯਾਨੀ a ਬਣ ਗਿਆ। ਉੱਪਰ ਕੀ ਹੈ, ਉੱਪਰ ਦੇਖੋ ਧਿਆਨ ਦੇ ਨਾਲ, ਜਦੋਂ ਇਹਨੂੰ ਕਰੋਗੇ, ਇਹਨੂੰ ਇਹਦੇ ਨਾਲ ਕਰੋਗੇ, ਇਹਨੂੰ ਇਹਦੇ ਨਾਲ ਕਰੋਗੇ, ਲਘੁੱਤਮ ਹੈ ਨਾ, ਤਾਂ ਸਿੱਧੀ ਜੀ ਗੱਲ ਹੈ, ਜਦੋਂ ਆਹ ਆ ਗਿਆ ਤਾਂ ਇਹਨੂੰ ਇਹਦੇ ਨਾਲ ਕਰੋਗੇ ਤਾਂ ਇਹ ਬਣ ਗਿਆ ਤੁਹਾਡਾ √7 ਮਾਈਨਸ √3 ਦਾ ਹੋਲ ਸਕੁਅਰ। ਅੱਛਾ ਇੱਧਰ ਕੀ ਬਣ ਗਿਆ, ਪਲੱਸ √7 ਪਲੱਸ √3 ਦਾ ਹੋਲ ਸਕੁਅਰ, ਰਾਈਟ। ਆਹ ਚੀਜ਼ ਬਣ ਗਈ, ਰਾਈਟ। ਇਸ ਤੋਂ ਬਾਅਦ ਕਰ ਲਓ ਸੋਲਵ, ਬਹੁਤ ਸੌਖਾ ਗਾ। ਤਾਂ ਦੇਖੋ ਸਿੱਧੀ ਜੀ ਗੱਲ ਹੈ, ਇਹ a ਮਾਈਨਸ b ਦਾ ਹੋਲ ਸਕੁਅਰ ਬਣ ਗਿਆ, ਯਾਨੀ 7 ਪਲੱਸ 3 ਇਹਦਾ ਸਕੁਅਰ ਹੋਊਗਾ 7, ਇਹਦਾ ਸਕੁਅਰ ਹੋਊਗਾ 3, ਠੀਕ ਹੈ, ਮਾਈਨਸ 2ab 2a ਤੇ b ਪਲੱਸ, ਹੁਣ 7 ਪਲੱਸ 3 ਇਹ ਹੋ ਗਿਆ, 7 ਪਲੱਸ 3 ਇਹ ਹੋ ਗਿਆ, ਪਲੱਸ 2ab ਯਾਨੀ √7 √3, ਰਾਈਟ। ਵਟੇ ਕੀ ਆ ਗਿਆ, 4 ਆ ਗਿਆ। ਹੁਣ ਆਹ ਤੇ ਆਹ ਵੈਲਿਊ ਕੱਟੀ ਗਈ, ਆਹ 10 ਰਹਿ ਗਿਆ, ਆਹ 10 ਰਹਿ ਗਿਆ, ਯਾਨੀ 20/4 ਆ ਗਿਆ, ਯਾਨੀ ਆਨਸਰ ਕਿੰਨਾ ਆ ਗਿਆ, 5 ਆ ਗਿਆ, ਰਾਈਟ। ਯਾਨੀ ਆਨਸਰ ਕਿੰਨਾ ਆ ਗਿਆ, 5 ਆ ਗਿਆ। ਮੇਰੇ ਹਿਸਾਬ ਦੇ ਨਾਲ ਤੁਹਾਨੂੰ ਇਹ ਕੁਐਸਚਨ ਪਤਾ ਲੱਗ ਗਿਆ ਹੁਣ। ਸੋ ਬਹੁਤ ਤਰੀਕੇ ਦੇ ਨਾਲ ਇਹਨੂੰ ਕਰ ਸਕਦੇ ਹੋ ਤੁਸੀਂ। ਸੋ ਇਹਦਾ ਆਨਸਰ ਜਿਹੜਾ ਆ ਗਿਆ 5 ਆ ਗਿਆ, ਰਾਈਟ। ਇਹਦਾ ਆਨਸਰ ਆ ਗਿਆ 5 ਆ ਗਿਆ। ਹੁਣ ਜਿਨ੍ਹਾਂ ਦੀ ਪ੍ਰੈਕਟਿਸ ਹੁੰਦੀ ਉਹ ਸ਼ਾਰਟਕਟ ਕੱਢ ਲੈਂਦੇ ਆ, ਜਦੋਂ ਉਹਨਾਂ ਨੂੰ ਪਤਾ ਹੁੰਦਾ ਕਿ ਇਹੋ ਜਿਹਾ ਕੁਐਸਚਨ ਆ ਗਿਆ ਕਦੇ ਵੀ, ਤਾਂ ਉਹ ਸਿੱਧਾ ਕੀ ਕਰਨਗੇ, 7 ਤੇ ਪਲੱਸ 3 7 ਤੇ ਪਲੱਸ 3 10 ਹੁੰਦੇ ਆ, 7 ਮਾਈਨਸ 3 ਬਣੂਗਾ 4, 4 ਦਾ ਕਰ ਦਿਓ √2 ਆ ਜਾਊਗਾ, ਤੇ ਐਵੇਂ ਕਰਕੇ ਵੀ ਤੁਸੀਂ ਕਰ ਸਕਦੇ ਹੋ। ਪਰ ਇਹ ਬਹੁਤ ਜ਼ਿਆਦਾ ਪ੍ਰੈਕਟਿਸ ਦੇ ਨਾਲ ਆਉਂਦਾਗਾ। ਹੋ ਸਕਦਾ ਤੁਸੀਂ ਇਹਨੂੰ ਸ਼ਾਰਟਕਟ ਦੇ ਵਿੱਚ ਕਿਤੇ ਦੇਖ ਲਿਆ ਹੋਵੇ, ਪਰ ਐਵੇਂ ਕਰ ਲਓਗੇ ਤਾਂ ਨਾਲੇ ਤਾਂ ਕੁਐਸਚਨ ਸਹੀ ਹੋਊਗਾ, ਨਾਲੇ ਐਕੂਰੇਸੀ ਬਣੂਗੀ, ਤਾਂ ਨਾਲੇ ਕੋਈ ਵੀ ਰੱਟਾ ਲਾਉਣ ਦੀ ਲੋੜ ਨਹੀਂ। ਸੈਂਟਰ ਐਗਜ਼ਾਮ ਦੇ ਵਿੱਚ ਇਹਨਾਂ ਚੀਜ਼ਾਂ ਦੀ ਲੋੜ ਪੈਂਦੀ ਆ। ਇਹ ਕਰਵਾਈਆਂ ਵੀ ਜਾਂਦੀਆਂ, ਮੇਰੇ ਦੁਆਰਾ ਵੀ ਕਰਵਾਏ ਜਾਂਦੇ ਸ਼ਾਰਟਕਟ ਇਹ, ਪਰ ਉਹਨਾਂ ਨੂੰ ਕਰਵਾਏ ਜਾਂਦੇ ਜਿਨ੍ਹਾਂ ਨੂੰ ਪਹਿਲਾਂ ਆਹ ਚੰਗੀ ਤਰ੍ਹਾਂ ਆਉਂਦੀ ਹੋਵੇ। ਜੇਕਰ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤਾਂ ਮੈਂ ਸ਼ਾਰਟਕਟ ਦਾ ਰਿਸਕ ਨਹੀਂ ਲਵਾਂਗਾ, ਰਾਈਟ ਹੈ। ਸੋ ਇਸ ਤਰੀਕੇ ਨਾਲ ਇਹਨੂੰ ਸੋਲਵ ਕਰ ਸਕਦੇ ਹੋ, ਮੇਰੇ ਹਿਸਾਬ ਦੇ ਨਾਲ ਤੁਸੀਂ ਸਮਝ ਗਏ ਹੋਵੋਗੇ। ਨੈਕਸਟ ਕੁਐਸਚਨ ਆਪਾਂ ਸੋਲਵ ਕਰਦੇ ਹਾਂ ਭਾਈ। ਨੈਕਸਟ ਕੁਐਸਚਨ ਕੀ ਆ, ਆਹ ਤੁਹਾਨੂੰ ਦੇ ਰੱਖਿਆਗਾ, ਤੇ ਵਟ ਇਜ਼ ਦਾ ਵੈਲਿਊ ਆਫ x। ਸਿੱਧੀ ਜੀ ਗੱਲ ਹੈ, ਘਬਰਾਉਣਾ ਫੇਰ ਨਹੀਂ। ਕੁਐਸਚਨ ਨੂੰ ਪਹਿਲਾਂ ਦੇਖੋ ਧਿਆਨ ਦੇ ਨਾਲ, ਤੁਹਾਨੂੰ ਦੇ ਰੱਖਿਆਗਾ ਇਸ ਤਰੀਕੇ ਦੇ ਨਾਲ, 2 ਮਾਈਨਸ x ਬਰਾਬਰ 2। ਇਹਨੂੰ ਨੀਚਲੇ ਨੂੰ ਉੱਪਰ ਚੱਕ ਕੇ ਲੈ ਜਾਓ ਤਾਂ 2 ਨਾਲ ਮਲਟੀਪਲਾਈ ਹੋ ਜਾਊਗਾ। 2 ਨਾਲ ਮਲਟੀਪਲਾਈ ਕੀਤਾ ਤਾਂ ਉਹ ਕੀ ਬਣ ਗਿਆ, 2 ਪਲੱਸ x ਬਣ ਗਿਆ, ਮਾਈਨਸ 2 ਨਾਲ ਮਲਟੀਪਲਾਈ ਕੀਤੀ ਤਾਂ 2 ਇੱਥੇ ਆ ਗਿਆ, ਯਾਨੀ ਇਹ ਆ ਗਿਆ 2 ਮਾਈਨਸ x ਆ ਗਿਆ, ਰਾਈਟ। ਹੁਣ ਜੇਕਰ ਇਹਨੂੰ ਤੁਸੀਂ ਇੱਧਰ ਲੈ ਕੇ ਆਓ ਤਾਂ ਇਹ ਕੀ ਬਣ ਗਿਆ ਤੁਹਾਡਾ, 3 ਬਣ ਗਿਆ, 3 2 ਮਾਈਨਸ x ਬਣ ਗਿਆ। ਤੇ ਜੇਕਰ ਤੁਸੀਂ ਇਹਨੂੰ ਉੱਧਰ ਲੈ ਕੇ ਜਾਓ 2 ਦੇ ਵਿੱਚੋਂ 1 ਘਟ ਜਾਊਗਾ, ਤਾਂ ਇਹ ਬਣ ਗਿਆ ਤੁਹਾਡਾ 2 ਪਲੱਸ x ਬਣ ਗਿਆ ਕਿ ਨਹੀਂ ਬਣ ਗਿਆ, ਰਾਈਟ ਹੈ। ਤਾਂ ਯਾਨੀ ਕਿ ਜਦੋਂ ਇਹਨੂੰ ਤੁਸੀਂ ਸਕੁਅਰ ਕਰੋਗੇ, ਦੋਨੇ ਪਾਸੇ ਸਕੁਅਰ ਕਰ ਦਿਓ ਤਾਂ ਇਹ ਬਣ ਜਾਊਗਾ 9, 2 ਮਾਈਨਸ x ਰੂਟ ਕੱਟਿਆ ਜਾਊਗਾ, ਤੇ ਇੱਧਰ ਰੂਟ ਕੱਟਿਆ ਜਾਊਗਾ, 2 ਪਲੱਸ x ਬਣ ਗਿਆ। ਤਾਂ ਆਹ 9 2 18 ਆ ਗਿਆ, 9x ਆ ਗਿਆ, ਆਹ ਤੁਹਾਡਾ 2 ਪਲੱਸ x ਬਣ ਗਿਆ, ਰਾਈਟ ਹੈ। ਯਾਨੀ ਜਦੋਂ ਇਹਨੂੰ ਤੁਸੀਂ ਇੱਧਰ ਜੋੜੋਗੇ ਤਾਂ ਇਹ ਆ ਗਿਆ ਤੁਹਾਡਾ 10x ਬਰਾਬਰ, ਇਹਨੂੰ ਕਦੋਂ ਕਰੋਗੇ ਤਾਂ ਇਹ ਆ ਗਿਆ ਤੁਹਾਡਾ 16, ਯਾਨੀ ਕਿ x ਦੀ ਵੈਲਿਊ ਜਿਹੜੀ ਆ ਗਈ 16/10 ਆ ਗਈ, यानी कि 16/10 आ गई, 2 5 2 8, यानी 8/5 आ गई एक्स की वैल्यू, 8/5 यानी कि सी ऑप्शन आ गया, ठीक है। हुण जेकर तुसीं वीडियो नूं देख रहे हो तो भाई कोई जीके की क्लास नहीं चल रही है, मैथ की क्लास है, सो कापी पेन चक के ही करना पऊगा। जेकर बैड ते लम्मे पै के देख रहे हो तो माड़ी गल है, कापी पेन चक्को, जेकर क्वेश्चनों सॉल्व कर लोगे गारंटी है
पटवारी वांगू फिर पछताओगे कि काश सर असी पटवारी की टैसट सीरीज़ जिहड़ी तुसीं करवाई सी, नाले फ्री ऑफ कॉस्ट सी, यूट्यूब ते सी, चंगी भली सी, पर फिर भी कईयां ने नहीं की, बाद दे विच उन्हां नूं बहुत पछतावा होया भी आ। राइट, सो बाद दे विच पछताउण दे नालों जे कर लोगे, मैं कोई गारंटी तो लै नहीं रहा, ना ही मैं पटवारी दे विच कोई गारंटी लई सी, पर आ गया पेपर। राइट, सो कहण दा मतलब की आ कि कदे कुछ नहीं पता, पैटर्न यही हुंदा। राइट, मैं हमेशा इन्हां चीज़ों नूं तां करवाउणा क्योंकि यही पैटर्न रहिंदा हुंदा एंड मोस्टली एग्जाम दे विच यही आउंदा गा। सो कोई गारंटी वाली गल ही है नहीं, जदों आउंदा ही यह है। राइट, सो इस तरीके नाल इन्हां चीज़ों नूं करना चाहिए। सो 8/5 का आंसर आ गया। जिवें आ क्वेश्चन आ गया सिंपलीफिकेशन दे विच, ये क्वेश्चन तुहानूं बहुत तरह के मिल सकते हैं, हालांकि थोड़ा जिहा तुसीं कह सकते हो दिमागी हुंदे आ, हालांकि बहुत तरह के क्वेश्चन बन सकते। जिवें हुण एन की वैल्यू इत्थे पता करनी है कि की है, ਇਹਦੀ वैल्यू पता करनी है। राइट, हुण ध्यान दे नाल इहनूं जदों देखोगे तो 3n आ जिहड़ा 3 की पावर n कॉमन निकल रहा, जदों 3 की पावर n कॉमन निकल गया तो इत्थे की बच जूगा, 1 बच जूगा प्लस। हुण ये है 3 की पावर n-1, ध्यान दे नाल 3 की पावर n-1 है, इहनूं मैं किवें लिख सकदा गा, 3 की पावर n लिख सकदा गा वटा 3 लिख सकदा कि नहीं, 3 की पावर n वटा 3 लिख सकदा, जदों इहनूं उपर लैके जाऊँगा -1 बन जूगा, जदों इहनूं उपर लैके जाऊँगा तो उही चीज़ है। तो बस ध्यान दे नाल बस इन्ना ही दिमाग लाउणा सी, बाकी क्वेश्चन दे विच कख नहीं। हुण 3 की पावर n जदों कॉमन कड्ढी तो आह 3 की पावर n वटा 3 है, यानी 1/3 बच जूगा, 3 की पावर n तो बाहर है। ठीक है, इस तो बाद 3 की पावर n फिर कॉमन कढ़ लो, इत्थे की बच जूगा, 3 बच जूगा, 1 बच जूगा। राइट है, हुण देखो 3 की पावर n+1 का मतलब की है 3 की पावर n × 3, यानी 3 की पावर n कॉमन कढ़ लिया तो अंदर की 3 बच गया, -1 आ गया। राइट, सो बस इन्हूं सॉल्व कर लो, इस तो बाद तुहाडा आंसर आ जाना। तो 3 की पावर n नाल 3 की पावर n कट्टिया गया, आ बन गया तुहाडा 4/3, आ बन गया तुहाडा 2 बन गया, 2 दूनी 4, आंसर कितना आ गया 2/3 आ गया। राइट है, सो आंसर इहदा कित्थे पिया बई 2/3 आ पिया, सी ऑप्शन इहदा राइट बन गया, सी ऑप्शन इसका राइट बन गया है। समझ लग गई ना भाई, सो वेरी गुड। लो नैक्सट क्वेश्चन करते हैं। फोन बज रहा, फोन पिया कित्थे आ, 1 मिनट। क्वेश्चन सॉल्व कर सकते हो तुसीं अपने बेस ते। On dividing certain number by 357 द रिमाइंडर कहता जोड़ा है 39 आ जाता। कहना ऑन डिवाइडिंग द सेम नंबर जो उन्होंने 17 से डिवाइड करते हैं तो दसो रिमाइंडर की आऊगा। ओबवियसली गल है जो यहो जिहा क्वेश्चन आ जाए तो जोड़ा रिमाइंडर होंगे जो उन्होंने अगेन आप किसी होर नंबर से डिवाइड करते हैं तो रिमाइंडर ही डिवाइड कर लो, तो रिमाइंडर ही डिवाइड कर लो। तो 39 जो डिवाइड करोगे तुम 17 से, हूँ यहो ਜਿਹੇ टाइप मैं बहुत पहले ही करवाई हुई। सो 17 दूना 34 तो कितना बच जूगा 5 बच जूगा। सो 5 रिमाइंडर आ गया, यानी कि यह क्वेश्चन तुहाडे करे होने चाहिए। रिवीजन तुसीं कर रहे हो, सो मेरे हिसाब के नाल तुसीं इन्हां क्वेश्चनों की प्रैक्टिस जरूर की होगी। राइट हो गया, समझ लगी भाई। चलो तो नैक्सट क्वेश्चन करते हैं। नैक्सट क्वेश्चन की है यूनिट प्लेस तो। यूनिट प्लेस तो क्वेश्चन बहुत पूछे जाते हैं। राइट, करने का तरीका होंगे, तरीका देख के जाना। जिमें कि मान लो हुण यूनिट प्लेस तुसीं 29 की देखनी है, 29 की पावर 136 है, 29 की पावर 136 है, तो यूनिट डिजिट डिपेंड करूगा एज के यूनिट डिजिट से, यानी 9 के नाल ही सारा कुछ लिखा हुआ। हुण 9 की जेकर आप देखिए तो 9 की पावर 1 होंदा 9, 9 की पावर 2 होंदा 81, यानी 1 यूनिट डिजिट। 9 की पावर 3 है जो आऊगा तुहाडा, यानी 729, 9 फिर 9 की पावर 4 तो फिर 1 बन जू, यानी जी 9 की पावर आ वह 2 तो बाद रिपीट होंगी है। यानी देखो इत्थे 1 आ गया, फिर इत्थे 1 आ गया, फिर गांह 1 आ जू, यानी 9 1 9 1 2 तो बाद रिपीट होंगे। यानी जेकर मैं इत्थे देखा तो 2 का मल्टीपल ही है, यानी 9 की पावर 2 जे करदा तो यह 2 तो कट्टिया जाता, यानी 2 6 12 2 8 16। यानी कहने का मतलब जो मैंने 9 की पावर 2 का पता कि 1 यूनिट आता तो फिर 1 यानी कि 1 का 68 जिन्ना मर्जी हो 1 ही आऊगा। जो 9 की पावर 2 का यूनिट डिजिट 1 आता है, 1 आता तो 1 की पावर जिन्नी मर्जी हो, 1 की पावर जिन्नी मर्जी हो, 1 की पावर जिन्नी मर्जी हो, जो कट्टिया ही गया। राइट है, सो यदा मतलब जोड़ा यदा यूनिट डिजिट आऊगा वो 1 आऊगा। राइट है, जो यदा 1 आ गया तो पूरा पूरा गा तो 1 आ गया। राइट है, सो ये मेरे हिसाब के तुसीं कीता होगा किसी ना किसी टीचर तो जेकर कर रखा तो वेरी गुड, नहीं तो फिर इतने सीख के जाओ। राइट है, सो कहने का मतलब जी यूनिट डिजिट आ जाऊगा वो 1 आ जाऊगा। समझ लगी भाई, 9 की पावर 2 तो बाद रिपीट होंगे, 9 की पावर 2 तो 1 आ रहा है यूनिट डिजिट। सो ये आंसर आ जाऊगा। इस तो बाद तुसीं ये देखो हुण 1 की पावर 21 की पावर 3 है, हुण यूनिट डिजिट 1 है तो 1 की पावर जिन्नी मर्जी हो 1 ही आऊगा। सो इत्थे 1 आ गया,
ਇਸੇ ਤਰੀਕੇ ਨਾਲ 2 ਦੀ ਪਾਵਰ 12। ਹੁਣ 2 ਦੀ ਪਾਵਰ 12 ਦੇਖੋ ਤਾਂ 2 4 ਤੋਂ ਬਾਅਦ ਰਿਪੀਟ ਹੁੰਦਾ। 2 ਦੀ ਪਾਵਰ 1 2, 2 ਦੀ ਪਾਵਰ 2 4, 2 ਦੀ ਪਾਵਰ 3 8, 2 ਦੀ ਪਾਵਰ 4 16 यानी 6 आ जाऊगा। 2 की पावर 5 तो बाद फिर 32 आ जाऊगा, फिर यूनिट डिजिट आ गया। 2 की पावर 6 फिर 4 आ जाऊगा, 2 की पावर 7 फिर 8 आ जाऊगा, 2 की पावर 8 फिर यानी कहने का मतलब 2 4 8 6 2 4 8 6 ये 4 4 बाद रिपीट होंगे। तो फिर इतने आप 4 का मल्टीपल देखा, यानी कि जे मैं 2 की पावर 12 नूं एवें लिखदा कि 2 की पावर 4 4 तो 4 30 12 बनूगा। यानी 4 का यूनिट डिजिट की आ गया तुहाडा, 4 का यूनिट डिजिट की आ गया तुहाडा, 4 का यूनिट डिजिट आ गया तुहाडा 6 6 आ गया। यानी ਇਹਦਾ यूनिट डिजिट कितना आऊगा 6 आऊगा। राइट जे तुसीं करके भी देखोगे 6 गुणा 6 गुणा 6 तो 6 का 6 ही आऊगा। करके देख लो 3 बारी तो 6 का 6 ही आ रहा। इस तरीके के हुण 4 आ गया। 4 का ऑड, 4 का देखो 4 का ऑड देखिए तो 1 आऊगा, 4 आऊगा, 4 की पावर 2 आ तो 6 आऊगा, ਜਿਹੜੇ ਚੌਕਮ ਚੌਕੀ 16 ਹੁੰਦਾ। 4 ਦੀ ਪਾਵਰ 3 ਕਰ ਦੋ ਤਾਂ ਫਿਰ 4 ਆ ਜਾਊਗਾ, 4 ਦੀ ਪਾਵਰ 4 ਕਰ ਦੋ ਤਾਂ ਫਿਰ 6 ਆ ਜਾਊਗਾ, 4 ਦੀ ਪਾਵਰ 5 ਕਰ ਦੋ ਤਾਂ ਫਿਰ 4 ਆ ਜਾਊਗਾ, 4 ਦੀ ਪਾਵਰ 6 ਕਰ ਦੋ ਤਾਂ ਫਿਰ 6 ਆ ਜਾਊਗਾ। यानी 4 6 4 6 4 6 ਇਹ ਵੀ ਦੋ ਦੋ ਬਾਅਦ ਰਿਪੀਟ ਹੁੰਦਾ ਗਾ। ਪਰ ਇੱਥੇ ਇੱਕ ਚੀਜ਼ ਦੇਖੋ ਕਿ ਜਦੋਂ ਔਡ ਹੈ ਤਾਂ ਉਦੋਂ 4 ਆ ਰਿਹਾ, ਜਦੋਂ ਈਵਨ ਆ ਤਾਂ ਉਦੋਂ 6 ਆ ਰਿਹਾ, ਜਦੋਂ ਔਡ ਆ ਤਾਂ ਉਦੋਂ 4 ਆ ਰਿਹਾ, ਜਦੋਂ ਈਵਨ ਆ ਤਾਂ ਉਦੋਂ 6 ਆ ਰਿਹਾ। ਬਸ ਫਿਰ ਕਹਾਣੀਆਂ ਬਾਤਾਂ ਗੱਲਾਂ ਬਾਤਾਂ ਸਮਝ ਗਏ। यानी ਜੇਕਰ 4 ਦੀ ਪਾਵਰ ਔਡ ਹੈ ਤਾਂ ਹਮੇਸ਼ਾ 4 ਹੀ ਆਊਗਾ। यानी ਇਹਦਾ ਜਿਹੜਾ ਆ ਗਿਆ ਉਹ 4 ਆ ਗਿਆ। अच्छा 6 का जिन्ना मर्जी कर लो, 6 की पावर 1 6, 6 की पावर 2 36 फिर 6, 6 की पावर 3 216 फिर 6, 6 की पावर फिर 6, 6 की पावर फिर 6। यानी 6 की पावर जिन्नी मर्जी कर दो, यूनिट डिजिट के कोई फर्क नहीं पै रहा, 6 ही आऊगा, 6 ही आऊगा। राइट। सो कहने का मतलब की है कि जेकर 6 की पावर यूनिट डिजिट जो मर्जी हो तो 6 ही आऊगा, गल खत्म। तो हम इनू कर लो 6 चौका 24 या कर लो 6 चौका 24 4 6 फिर 24, यानी 4 ਇਹਦਾ यूनिट डिजिट बनता है। ठीक है जी, ਇਹਦਾ 6 ही आ जाऊगा, 4 आ गया। राइट। सो 4 यूनिट डिजिट आ गया। सो मेरे हिसाब ਦੇ ਨਾਲ ਤੁਸੀਂ ਸਾਰਿਆਂ ਦਾ ਆਨਸਰ ਤੁਹਾਡਾ ਸਹੀ ਹੋਊਗਾ, ਕਰ ਲਿਆ ਹੋਊਗਾ। ਬਹੁਤ ਹੀ ਸੌਖਾ, ਬਹੁਤ ਹੀ ਆਸਾਨ। ਲਓ ਭਾਈ, ਇਹੋ ਜਿਹਾ ਕੁਐਸਚਨ ਪਟਵਾਰੀ ਦੇ ਵਿੱਚ ਵੀ ਦੇਖਣ ਨੂੰ ਤੁਹਾਨੂੰ ਮਿਲਿਆ ਸੀ, ਹਾਲਾਂਕਿ ਮੈਂ ਕਰਵਾਏ ਹੋਏ ਆ, ਪਹਿਲਾਂ ਵੀ ਕਰਵਾਏ ਹੋਇਆ। ਰਾਈਟ। ਚਲੋ ਤਾਂ ਹੁਣ ਇਹ ਤੇ ਕੁਐਸਚਨ ਕਿ ਡਿਵੀਜ਼ੀਬਲ ਹੈਗਾ 11 ਦਾ। 11 ਦੀ ਡਿਵੀਜ਼ੀਬਿਲਟੀ ਕੀ ਹੁੰਦੀ ਹੈ, ਧਿਆਨ ਦੇ ਨਾਲ। ਜਿਵੇਂ ਮੰਨ ਲਓ ਆ ਤੁਹਾਨੂੰ 256 x 561 ਦੇ ਰੱਖਿਆ, 256 x 561 ਦੇ ਰੱਖਿਆ, ਡਿਵਾਈਡਡ ਬਾਈ 11, ਡਿਵਾਈਡਡ ਬਾਈ 11। ਰਾਈਟ। ਤਾਂ 11 ਦੀ ਡਿਵੀਜ਼ੀਬਿਲਟੀ ਚੈੱਕ ਕਰਨੀ ਹੋਵੇ ਤਾਂ ਇੱਕ ਇੱਕ ਛੱਡ ਕੇ ਕਰਨੀ। ਜਿਵੇਂ 2 ਤੇ 6 8, 8 ਤੇ 5 13, 13 ਤੇ 1 14, 14 ਹੋ ਗਿਆ। ਰਾਈਟ। ਆ ਕੀ ਬਣ ਗਿਆ 5 ਪਲੱਸ x ਪਲੱਸ 6, ਯਾਨੀ 5 ਤੇ 6 11, 11 ਪਲੱਸ x। ਹੁਣ ਜਾਂ ਤਾਂ ਇਹ 14 ਹੀ ਬਣ ਜੇ ਜਾਂ ਤਾਂ ਇਹ 14 ਬਣ ਜੇ। यानी कहने का मतलब की है कि जो आप एक एक छड़ के करते हैं, जिमें फॉर एग्जाम्पल एक्स वाई जैड पी क्यू आर, आप मान लो ये डिविजिबिलिटी चेक कर रहे हैं कि ये 11 तो डिविजिबल है कि नहीं। तो पता की होगा एक्स प्लस जैड प्लस क्यू एक एक छड़ के माइनस वाई प्लस पी प्लस आर, वाई प्लस पी प्लस आर। जे ये मान लो माइनस करके या तो 0 बन जाए तो या फिर 11 बन जाए, यानी ਜਾਂ ਫਿਰ 11 ਦੇ ਕਿਸੇ ਵੀ ਪਹਾੜੇ ਤੇ ਹੋਵੇ, 22 ਹੋ ਜੇ 33 ਹੋ ਜੇ 44 ਹੋ ਜੇ ਤੁਹਾਡਾ 55 ਹੋ ਜੇ, ਜਿੰਨਾ ਮਰਜ਼ੀ ਹੋ ਜੇ, ਜਾਂ 11 ਦਾ ਮਲਟੀਪਲ ਕੋਈ ਵੀ ਬਣ ਜੇ ਐਵੇਂ ਕਰਕੇ ਤੇ ਜਾਂ ਫਿਰ 0 ਹੋ ਜੇ। यानी ਇੱਥੇ ਹੁਣ ਆਪਾਂ ਜਾਂ ਤਾਂ 0 ਬਣਾ ਸਕਦੇ ਹਾਂ ਜਾਂ 11 ਦਾ ਮਲਟੀਪਲ ਬਣਾ ਸਕਦੇ ਹਾਂ। ਹੁਣ ਜੇਕਰ ਆਹ 14 ਗਾ ਤਾਂ 14 ਮਾਈਨਸ ਜੇਕਰ ਇੱਥੇ 14 ਬਣ ਜੇ ਤਾਂ 0 ਬਣ ਜਾਊਗਾ, ਇਹਦਾ ਮਤਲਬ 11 ਤੇ ਡਿਵੀਜ਼ੀਬਲ ਹੋ ਜਾਊਗਾ। ਰਾਈਟ। ਤਾਂ x ਦੀ ਵੈਲਿਊ ਕੀ ਹੋ ਸਕਦੀ ਹੈ 3 ਹੋ ਸਕਦੀ ਹੈ, यानी 11 ਤੇ 3 14, ਤਾਂ 14 ਮਾਈਨਸ 14 ਤੁਹਾਡਾ 0 ਬਣਦਾ। यानी x ਦੀ ਵੈਲਿਊ ਇੱਥੇ ਕੀ ਹੋ ਸਕਦੀ ਹੈ 3 ਹੋ ਸਕਦੀ ਆ। ਆਪਾਂ ਨੂੰ x ਦੀ ਵੈਲਿਊ ਹੀ ਪੁੱਛਿਆ ਗਈ। ਸੋ 3 ਇਹਦਾ ਰਾਈਟ ਆਨਸਰ ਬਣ ਗਿਆ, 3 ਇਹਦਾ ਰਾਈਟ ਆਨਸਰ ਬਣ ਗਿਆ। ਠੀਕ ਆ ਭਾਈ, ਮੇਰੇ ਹਿਸਾਬ ਦੇ ਨਾਲ ਤੁਹਾਨੂੰ ਇਹ ਸਮਝਾ ਰੱਖਿਆ ਹੋਊਗਾ ਤੁਹਾਡੇ ਟੀਚਰਸ ਨੇ। ਰਾਈਟ। ਵੈਰੀ ਗੁੱਡ। ਇਸ ਤੋਂ ਬਾਅਦ ਆ ਗਿਆ 4k 56, ਡਿਵੀਜ਼ੀਬਿਲਟੀ ਤੁਹਾਡੀ 33 ਤੇ ਆ। ਹੁਣ 4 ਆ ਗਿਆ, k ਆ ਗਿਆ, 56 ਆ ਗਿਆ। ਇਹਦੀ ਡਿਵੀਜ਼ੀਬਿਲਟੀ 33 ਤੇ ਬਣਦੀ ਹੈ ਤੇ k ਦੀ ਵੈਲਿਊ ਦੱਸਣੀ ਹੈ। ਹੁਣ 33 ਦਾ ਮਤਲਬ ਕੀ ਹੈ 11 30 33, 11 30 33। ਹੁਣ 3 ਦੀ ਡਿਵੀਜ਼ੀਬਿਲਟੀ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, 11 ਦੀ ਡਿਵੀਜ਼ੀਬਿਲਟੀ ਵੀ। 3 ਦੀ ਡਿਵੀਜ਼ੀਬਿਲਟੀ ਕੀ ਹੁੰਦੀ ਹੈ ਵੀ ਜਿੰਨੇ ਵੀ ਨੰਬਰ ਉਹਨਾਂ ਸਾਰਿਆਂ ਨੂੰ ਜੋੜ ਦਿਓ, ਜੇਕਰ ਉਹ 3 ਦਾ ਮਲਟੀਪਲ ਹੈਗਾ ਤਾਂ ਇਹਦਾ ਮਤਲਬ ਉਹ ਡਿਵਾਈਡ ਹੋ ਸਕਦਾ। ਸੋ ਸਭ ਤੋਂ ਸੌਖਾ ਕੰਮ ਇਹੀ ਹੈ, ਪਹਿਲਾਂ ਆਪਾਂ ਜੋੜ ਹੀ ਲੈਂਦੇ ਹਾਂ। यानी आ 4 है, आह 5 है, 4 ਤੇ 5 9 ਤੇ 6 15, ਆਹ ਪਤਾ ਨਹੀਂ ਕਿੰਨਾ। ਹੁਣ 15 ਤਾਂ ਜਾਂਦਾ ਹੀ ਆ, 15 ਪਲੱਸ k ਹੈ। 15 ਦੇ ਵਿੱਚ ਐਸਾ ਕੀ ਜੋੜੀਓ ਕਿ 3 ਦਾ ਮਲਟੀਪਲ ਹੋਵੇ ਤਾਂ ਵੈਲਿਊ ਆਪਾਂ 15 30 ਆ। 15 ਦੇਖੋ, ਹੁਣ 15 ਦੇ ਵਿੱਚ 4 ਜੋੜੋ, 15 ਦੇ ਵਿੱਚ 4 ਜੋੜੋ, ਇਹਦਾ ਮਤਲਬ 19 ਬਣ ਜਾਊਗਾ। ਇਹ ਵੈਲਿਊ ਨਹੀਂ ਹੋ ਸਕਦੀ। 15 ਦੇ ਵਿੱਚ 6 ਜੋੜੋ, 15 ਦੇ ਵਿੱਚ 6 ਜੋੜੋ 21, ਤਾਂ ਇਹ 3 ਦਾ ਮਲਟੀਪਲ ਹੈਗਾ। ਸੋ ਇਹ ਆਨਸਰ ਹੋ ਸਕਦਾ।
15 5 जोड़ो तो ये भी आंसर नहीं बनता, 15 ते 5 20 बन गया, 15 ते 3 18, यानी 15 ते 3 18, 15 ते 6 21, ये दोनों आंसर हो सकते हैं, पर आपां नूं एक कढना है, ऑप्शन तो दो हो नहीं सकते, राइट है। तो यह मतलब हम आपको 11 की डिविजिबिलिटी भी चैक करनी पैनी है। 11 की डिविजिबिलिटी आपको पता ही है कि छड्ड के, तो 4 ते 5 9 बन गया, 4 ते 5 9, तो आ बन गया k + 6, k + 6। हुण जां तां 0 बना लो, उही 11 की डिविजिबिलिटी है जी, जां तां 0 बन जाए जां 11 का मल्टीपल बन जाए। तो हम 11 का जेकर मल्टीपल बनाना हो तो बन नहीं सकता, राइट। तो इसका मतलब जेकर इतने वैल्यू 3 रख दिए, जेकर इतने वैल्यू 3 रख दी तो 9 - 9 0 हो जाऊगा, तो यह मतलब यदि वैल्यू 3 ही है, राइट, 3 ही है, तो 3 का आंसर आ गया। जो 6 रख लेंगे तो 6 6 12 बन जाता, 9 सीगा तो -3 चला जाता, तो हो नहीं सकता, ठीक है। सो ये आंसर यदा आ गया, समझ लगी भाई। चलो इस तो बाद आ गया भाई तुहाडा आह क्वेश्चन, कहना 3 मैजरिंग रॉड्स है, 3 रॉड्स है, आर 64 सेंटीमीटर 80 सेंटीमीटर तो 96 सेंटीमीटर लेंथ है। कहना लीस्ट लेंथ ऑफ क्लॉथ दैट कैन बी मैजर्ड एग्जैक्ट नंबर ऑफ टाइम्स यूजिंग एनी रॉड। जदों भी यहो जिहा क्वेश्चन आ जाए तो हमेशा तुसीं ਇਹਦੇ ਵੱਲ ध्यान देना, जो लीस्ट है ओबवियसली गल है, जो तुहानूं 64 सेंटीमीटर 80 सेंटीमीटर 96 सेंटीमीटर दे रखिया तो वो लीस्ट वैल्यू पूछी है जिहड़ी कि एग्जैक्ट नंबर होवे, यानी कि दैट कैन बी मैजर्ड एग्जैक्ट नंबर ऑफ टाइम्स। ये भी पटवारी का एक मैनूं शायद आया हो, पता नहीं आपे प्रैक्टिस की हुई है, राइट। तो इत्थे यानी कि तुहाडा एलसीएम निकलूगा, राइट, एलसीएम निकलूगा यानी 64 80 ते 96 का, तो 16 16 चौके 64, 16 5 80, 16 6 96, 2 2 दूनी 4, 2 2 3 6, तो ये बन गया तुहाडा 16 दूना 32, 32 3 96, 96 नूं कर दो 10 दे नाल, यानी 960 सेंटीमीटर बन गया, यानी इन्ना तुहाडा होना चाहिए गा, राइट। 960 सेंटीमीटर ਆਪਾਂ ਨੂੰ मीटर के दे रखा, सो मीटर के दे रखा तो 960 ਨੂੰ बटा 100 कर दो, 0 ਨਾਲ 0 कट गई, यानी 9.6 मीटर आ जाऊगा, राइट। हुण इत्थे काफ़ी जाने गलती कर गए होना, 0.96 मीटर जल्दी जल्दी काली काली चलाता होना, राइट। सो काली काली ना करो भाई। सो यदा आंसर जोड़ा आऊगा वो 9.60 मीटर आऊगा, यानी 9.6 आ गया, ठीक है। सो एलसीएम कढ़ना सीगा, बिल्कुल सौखा सी, इहो जिहे क्वेश्चन भी तुहानूं पेपरां दे विच मिलणगे, ठीक है। सो कर लेना। वट इज़ द ग्रेटेस्ट नंबर दसना, कहता जिहड़ा डिवाइड होवे इन्हां ते एंड रिमाइंडर छड्डे वो 3 इन ईच केस, यानी ग्रेटेस्ट नंबर 3 डिजिटां दा। हुण ग्रेटेस्ट नंबर 3 डिजिटां दा की हो सकदा 999, इस तो बाद तो 1000 आ जाऊगा, तो सब तो वड्डा यह हो सकदा। हुण जेकर इन्हां ते डिवाइड करना होवे तो सीधी जी गल इन्हां दा लघुत्तम देखना पऊगा, 6 9 12 दा लघुत्तम की बनदा गा, तुहाडा बनदा गा 36, 36 लघुत्तम बन गया तो 36 नाल कर दो इहनूं डिवाइड, 36 नाल कीता तो 36 दूना 72 आ गया, 36 दूना 72 आ गया, तो इत्थे बच गया तुहाडा, ठीक है। 36 नूं 7 ना कर लो, है ना, 7 छीक 42 ते 7 30 21 ते 4 25, यानी यह बच गया तुहाडा 27, यह बच गया तुहाडा 27। हुण सीधी जी गल आ, जेकर 27 वैल्यू जिहड़ी देखो सीधी जी सिंपल जिहा लॉजिक है, यानी यह इस तरीके नाल कढ़िया आपां, ते इहनूं जदों आपां कढ़िया तो 36 दूना 72 आ गया तुहाडा, यह आ गया तुहाडा इन्ना, तो उस तो बाद आ गया 252, तो यह बन गया तुहाडा 27। यानी कहने का मतलब की है कि आह जी 27 वैल्यू आई है, यह वाधू रकम आ गई। जे मान लो 27 होर होंदा तो 999 तो उत्ते हो जाता, तो ये वंडिया भी जाता, पर आपां तां कहा भी यह 3 डिजिट का ग्रेटेस्ट नंबर होना चाहिए। सो 999 तो है नहीं, 999 है नहीं, तो 999 जे मान लो 27 ना होंदे तो पूरा पूरा कट्टिया जाता, यानी 999 चो घटा दो 27, 999 चो घटा दो 27, जे यह 27 ना होंदे तो पूरा पूरा कट्टिया जाता, यानी 252 तक कट्टिया जाता, यानी जे 252 होंदा 27 उपर ना होंदा तो पूरा पूरा कट्टिया जाता, राइट। पर पूरा कट्टिया नहीं गया, क्यों, क्योंकि 27 वध गया, तो 27 ये घटा दो, तो यह बन गया तुहाडा, यह बन गया तुहाडा 9 के 7 कढोगे तो बन गया 272 बन गया, यानी यह 272 972 यानी बन गया, यानी ग्रेटेस्ट जिहड़ा डिजिट है 972 है, 3 डिजिटां दा जिहड़ा इन्हां ते डिवाइड हो जाता। हुण तो पूरा पूरा डिवाइड की गल कर रहे हैं आपां, यानी 27 जो घटाता तो पूरा पूरा वंडिया जाऊगा 36 ते, पर यह पूरा पूरा थोड़ी कह रहे हैं, ये तो कहता भी जेकर रिमाइंडर 3 छड्डिया जाए, जेकर रिमाइंडर यानी कि रिमाइंडर का मतलब एक्सट्रा, तो ये एक्सट्रा जोड़ दो, एक्सट्रा जोड़ोगे तो कितना बन जाऊ, 975 बन जाऊ, राइट। सो 975 का राइट आंसर आ जाऊगा। तो ओबवियसली गल है जो हम 36 को 975 डिवाइड करोगे तो ओबवियसली गल है 3 रिमाइंडर आऊगा, ठीक है। सो यहो जो क्वेश्चन मैं बहुत पहला करवा रखे ने, ठीक हो गया। वट इज़ द लार्जेस्ट नंबर वैन डिवाइड्स what is the largest number when it divides 44 and 66?
ਹੁਣ ਇਹੋ ਜਿਹੇ ਕੁਐਸਚਨ ਤੁਹਾਨੂੰ ਇੱਕ ਵਾਰੀ ਤਾਂ ਸਿੱਧੀ ਜੀ ਗੱਲ ਹੈ, ਜੇ ਨਹੀਂ ਪੜ੍ਹੇ ਹੋਏ ਤਾਂ ਰੱਟਾ ਮਾਰ ਕੇ ਜਾਣਾ ਪੈ ਸਕਦਾ। ਵਟ ਇਜ਼ ਦ ਲਾਰਜੈਸਟ ਨੰਬਰ ਵਿਚ ਵੈਨ ਡਿਵਾਈਡਸ 44 ਤੇ 66 ਦਾ ਲੀਵ ਰਿਮਾਈਂਡਰ 2 and 3 ਰਿਸਪੈਕਟਿਵਲੀ। ਜਦੋਂ ਵੀ ਇਹੋ ਜਿਹਾ ਕੁਐਸਚਨ ਹੋਵੇ ਕਿ ਲਾਰਜੈਸਟ ਨੰਬਰ ਦੱਸੋ ਜਦੋਂ ਉਹਨੂੰ 44 ਜਾਂ 66 ਤੇ ਜਾਂ ਕਿਸੇ ਵੀ ਹੋਰ ਨੰਬਰ ਤੇ ਡਿਵਾਈਡ ਕੀਤਾ ਜਾਂਦਾ ਤੇ ਰਿਮਾਈਂਡਰ ਐਗਜ਼ੈਕਟਲੀ ਐਵੇਂ ਬਚਦੇ ਆ, ਤਾਂ ਤੁਹਾਨੂੰ ਦਿੱਤਾ ਹੋ ਸਕਦਾ ਹੈਗਾ ਤਾਂ ਹਮੇਸ਼ਾ ਕੀ ਕਰਨਾ, 44 ਲਿਖ ਲਿਓ, ਠੀਕ ਹੈ, ਫਿਰ 66 ਲਿਖ ਲਿਓ। ਜਿਵੇਂ ਜਿਵੇਂ ਰਿਮਾਈਂਡਰ ਬਚਿਆ, ਇੱਧਰ 2 ਬਚਿਆ ਤੇ ਇਹਦੇ ਨਾਲ ਦਾ 3 ਬਚਿਆ, ਤੁਹਾਨੂੰ ਕਰਕੇ ਦੇਖੋ ਆਹ ਤੁਹਾਡਾ ਆ ਗਿਆ 42 ਤੇ ਆਹ ਤੁਹਾਡਾ ਆ ਗਿਆ ਭਾਈ ਕਿੰਨਾ 63, ਰਾਈਟ। ਹੁਣ 42 ਤੇ 63 ਗ੍ਰੇਟੈਸਟ ਨੰਬਰ ਕੱਢਣਾ ਵੀ ਕਿਹਦੇ ਵੈਨ ਡਿਵਾਈਡਸ, ਜਦੋਂ ਡਿਵਾਈਡ ਹੁੰਦਾ, ਰਾਈਟ। ਸੋ 42 ਤੇ 63 ਦਾ ਆਪਾਂ ਗ੍ਰੇਟੈਸਟ ਨੰਬਰ ਯਾਨੀ HCF ਕੱਢਣਾ ਹੈਗਾ, HCF ਕੱਢਣਾ। HCF ਜਦੋਂ ਕੱਢਾਂਗੇ ਹਾਈਐਸਟ ਕਾਮਨ ਫੈਕਟਰ ਤਾਂ ਕੀ ਆ ਜਾਊਗਾ 42 ਤੇ 63 ਦਾ, ਯਾਨੀ 42 ਤੇ 63 ਨੂੰ 7 6 42 7 ਨਾਮ 63, ਰਾਈਟ। ਤਾਂ ਇੱਥੋਂ 7 ਕਾਮਨ ਆ ਗਿਆ, ਇੱਥੋਂ 7 ਕਾਮਨ ਆ ਗਿਆ, ਆ 6 ਤੇ 9 ਦੇ ਵਿੱਚੋਂ 3 ਕਾਮਨ ਆ ਜਾਊਗਾ, ਯਾਨੀ 7 3 21। ਤਾਂ ਹਾਈਐਸਟ ਜਿਹੜਾ ਕਾਮਨ ਫੈਕਟਰ ਉਹ 21 ਆਨਸਰ ਆ ਗਿਆ। ਸੋ ਇਹਦਾ ਆਨਸਰ ਜਿਹੜਾ ਆ ਜਾਊਗਾ C ਆ ਜਾਊਗਾ। ਠੀਕ ਹੋ ਗਿਆ ਭਾਈ। ਸੋ ਇਹੋ ਜਿਹਾ ਕੁਐਸਚਨ ਮੈਨੂੰ ਟਾਈਮ ਨਹੀਂ ਮਿਲਿਆ, ਕਸਮ ਲੱਗੇ, ਨਹੀਂ ਇਹਨਾਂ ਤੇ ਇੰਨੀ ਵਧੀਆ ਸੀਰੀਜ਼ ਬਣਾਉਣੀ ਸੀ, ਇਹਨਾਂ ਨੇ ਬਸ ਜਿਵੇਂ ਮਰਜ਼ੀ ਕਹਿ ਲਓ, ਸਰਕਾਰ ਮਾੜੀ ਕਹਿ ਲਓ, ਟਾਈਮ ਹੀ ਨਹੀਂ ਦਿੱਤਾ ਇਹਨਾਂ ਨੇ, ਰਾਈਟ। ਜਿਵੇਂ ਪਟਵਾਰੀ ਵਾਸਤੇ ਆਪਾਂ 45 ਡੇਜ਼ ਰਿਮੇਨਿੰਗ ਵਾਲੀ ਸੀਰੀਜ਼ ਚਲਾਈ ਸੀ ਨਾ, ਜਿਹਦੇ ਵਿੱਚੋਂ ਤਾਂ ਹੀ ਤਾਂ ਕੁਐਸਚਨ ਆਏ ਆ ਕਿਉਂਕਿ ਆਪਾਂ ਕੁਐਸਚਨਾਂ ਦੀ ਕੋਈ ਵੀ ਟਾਈਪ ਛੱਡੀ ਹੀ ਨਹੀਂ। ਮੈਨੂੰ ਪਤਾ ਕਾਫੀ ਜਾਣਿਆਂ ਨੂੰ ਪ੍ਰੋਬਲਮ ਆਊਗੀ, ਪਰ ਇੱਕ ਸੱਚੀ ਕਸੂਰ ਨਾ ਤਾਂ ਮੇਰਾ ਨਾ ਤੁਹਾਡਾ ਕਸੂਰ ਆ। ਕਹਿ ਸਕਦੇ ਹੋ ਤੁਹਾਡਾ ਤਾਂ ਕਸੂਰ ਚਲੋ ਕਹਿ ਲਓ, ਪਰ ਇਹ ਤੁਹਾਨੂੰ ਕਰਨੇ ਚਾਹੀਦੇ ਸੀ, ਕਿਤੋਂ ਵੀ ਕਰ ਲੈਂਦੇ, ਪਰ ਪਹਿਲਾਂ ਜੇਕਰ ਪ੍ਰੈਕਟਿਸ ਹੁੰਦੀ ਤਾਂ ਇਹ ਮੇਰੇ ਹਿਸਾਬ ਨਾਲ ਤੁਹਾਡੇ ਤੋਂ ਕੁਐਸਚਨ ਹੋ ਜਾਂਦੇ। ਪਰ ਟਾਈਮ ਦੀ ਸ਼ਾਰਟੇਜ ਆ, 100% ਤੁਸੀਂ ਆਪਣੇ 'ਚ ਕਸੂਰ ਇਸ ਵਕਤ ਕੱਢ ਨਹੀਂ ਸਕਦੇ। ਇਹ ਸਰਕਾਰਾਂ ਵਾੜੀਆਂ ਜਿਹੜੀਆਂ ਕਿ ਬਸ ਹੁਣ ਜਿਹੜਾ ਕੁਝ ਤੁਹਾਨੂੰ ਪਤਾ ਚੱਲ ਹੀ ਰਿਹਾ ਹੈਗਾ, ਰਾਈਟ। ਸੋ ਚਲੋ ਕੋਈ ਨਾ, ਟਾਈਮ ਨਹੀਂ ਮਿਲਿਆ ਤਾਂ ਸਾਰੇ ਇੱਕੋ ਤੱਕੜੀ ਦੇ ਵਿੱਚ ਹੀ ਤੋਲੇ ਜਾਣੇ। ਖੈਰ ਐਸੀ ਗੱਲ ਨਹੀਂ ਹੈਗੀ ਕਿ ਕੰਪੀਟੀਸ਼ਨ ਤਾਂ ਫਿਰ ਉਹੋ ਜਿਹਾ ਹੀ ਹੋਊਗਾ, ਸਾਰਿਆਂ ਦੀ ਹੀ ਉਹੋ ਜਿਹੀ ਤਿਆਰੀ ਹੋਊਗੀ, ਪਰ ਫਿਰ ਵੀ ਕੋਸ਼ਿਸ਼ ਕਰਿਓ ਕਿ ਇਹਨਾਂ ਕੁਐਸਚਨ ਨੂੰ ਕਰ ਜਾਓ ਕਿ ਕਿਤੇ ਕੋਈ ਨਾ ਕੋਈ ਕੁਐਸਚਨ ਅੜਕ ਸਕਦਾ। 25% ਆਫ ਏ ਨੰਬਰ, 25% ਆਫ ਏ ਨੰਬਰ ਯਾਨੀ x ਕਰ ਦੋ ਇਜ਼ ਲੈਸ ਦੈਨ, ਲੈਸ ਹੈ ਇਹ, ਘੱਟ ਹੈ ਕੀ ਤੋਂ 18%, 18% ਆਫ 650, ਰਾਈਟ। ਕਿੰਨਾ ਘੱਟ ਹੈ 19 ਨੰਬਰ ਘੱਟ ਹੈ। ਜਿਵੇਂ ਜਿਵੇਂ ਕਹੀ ਜਾਂਦਾ ਉਵੇਂ ਉਵੇਂ ਕਰੀ ਜਾਣਾ, ਰਾਈਟ। ਸੋ ਇਹਨੂੰ ਕੱਟ ਲਓ ਭਾਈ, ਆਹ ਬਣ ਗਿਆ 5 13, ਇਹ ਬਣ ਗਿਆ 5 ਦੂਣੀ, ਇਹ ਬਣ ਗਿਆ 2 9, ਆਹ ਬਣ ਗਿਆ 117, 117 ਮਾਈਨਸ 1/4 x ਬਰਾਬਰ ਆ ਗਿਆ 19, ਰਾਈਟ। 1/4x ਨੂੰ ਉਧਰ ਲੈ ਜਾਓ, 1/4x ਤੁਹਾਡਾ ਇੱਧਰ ਆ ਗਿਆ, 117 ਦੇ ਵਿੱਚੋਂ 19 ਘਟਾ ਦਿਓ, ਕਿੰਨਾ ਬਣ ਜਾਊਗਾ ਇਹ ਮੇਰੇ ਹਿਸਾਬ ਦੇ ਨਾਲ 17 ਦੇ ਵਿੱਚੋਂ ਪਹਿਲਾਂ ਤਾਂ 17 ਹੀ ਕੱਢ ਦਿਓ ਤਾਂ 100 ਬਣ ਗਿਆ, 2 ਹੋਰ ਕੱਢ ਦਿਓ, ਰਾਈਟ। ਤਾਂ ਕਿੰਨਾ ਬਣ ਗਿਆ 98। ਤਾਂ x ਨੂੰ ਕਰ ਦਿਓ ਤੁਸੀਂ ਇੱਧਰ ਨੂੰ ਤੇ 98 ਨੂੰ ਕਰ ਦਿਓ 4 ਨਾਲ ਗੁਣਾ, ਤਾਂ 4 8 32, 4 9 36 ਤੇ 3 392, 392 ਦਾ ਰਾਈਟ ਆਨਸਰ ਆ ਗਿਆ, ਯਾਨੀ B ਆਨਸਰ ਆ ਗਿਆ। ਸੌਖਾ ਸੀਗਾ, ਬਿਲਕੁਲ ਸੌਖਾ ਸੀ। ਇਸ ਤੋਂ ਬਾਅਦ ਆ ਗਿਆ ਤੁਹਾਡਾ ਕੁਐਸਚਨ ਬਹੁਤ ਹੀ ਵਧੀਆ, ਕਹਿੰਦਾ 1 ਲੀਟਰ ਆਫ ਵਾਟਰ ਇਜ਼ ਇਵੈਪੋਰੇਟਡ, 1 ਲੀਟਰ ਜਿਹੜਾ ਪਾਣੀ ਇਵੈਪੋਰੇਟ ਹੋ ਜਾਂਦਾ ਫਰੋਮ ਦਾ 6 ਲੀਟਰ ਆਫ ਏ ਸੋਲਿਊਸ਼ਨ, 6 ਲੀਟਰ ਦਾ ਸੋਲਿਊਸ਼ਨ ਹੈ ਜਿਹਦੇ ਵਿੱਚ 5% ਸਾਲਟ ਹੈ। ਹੁਣ 6 ਲੀਟਰ ਦੇ ਸੋਲਿਊਸ਼ਨ ਦੇ ਵਿੱਚ 5% ਜੇਕਰ ਸਾਲਟ ਹੋਵੇ ਤਾਂ ਇਹਦਾ ਮਤਲਬ ਕਿੰਨਾ ਸਾਲਟ ਹੈ, 0.3 ਸਾਲਟ ਹੈ, 0.3 ਸਾਲਟ ਹੈ। ਓਕੇ ਹੋ ਗਿਆ, 0.3 ਸਾਲਟ ਹੈ। ਕਹਿੰਦਾ ਵਾਟ ਇਜ਼ ਦਾ ਪਰਸੈਂਟੇਜ ਆਫ ਸਾਲਟ ਇਨ ਰਿਮੇਨਿੰਗ ਸੋਲਿਊਸ਼ਨ, ਤਾਂ ਰਿਮੇਨਿੰਗ ਸੋਲਿਊਸ਼ਨ ਦੇ ਵਿੱਚ ਸਾਲਟ ਦੱਸੋ। ਸਾਲਟ ਤਾਂ ਨਹੀਂ ਕਿਤੇ ਗਿਆ, ਪਾਣੀ ਉੱਡਿਆ, ਸਾਲਟ ਤਾਂ ਹਜੇ ਵੀ 0.3 ਹੀ ਆ, ਪਾਣੀ ਕਿੰਨਾ ਉੱਡ ਗਿਆ 1 ਲੀਟਰ, ਯਾਨੀ 6 ਲੀਟਰ ਦੀ ਥਾਂ ਤੇ ਹੁਣ ਟੋਟਲ ਜਿਹੜਾ ਸੋਲਿਊਸ਼ਨ ਉਹ 5 ਲੀਟਰ ਰਹਿ ਗਿਆ। ਹੁਣ ਇਸ 5 ਲੀਟਰ ਦੇ ਵਿੱਚ ਇਸ 0.3 ਸਾਲਟ ਦੀ ਕਿੰਨੇ ਪਰਸੈਂਟੇਜ ਆ, 0.3 ਦਾ ਇੱਥੇ 0 ਉਤਾਰ ਲਓ, 50 ਦੂਣਾ ਯਾਨੀ 6% ਆ ਗਿਆ, ਯਾਨੀ ਸਾਲਟ ਜਿਹੜਾ ਹੁਣ ਹੋ ਗਿਆ ਉਹ 6% ਹੋ ਗਿਆ, ਪਹਿਲਾਂ 5% ਸੀ ਹੁਣ 6% ਹੋ ਗਿਆ। ਬਿਲਕੁਲ ਸੌਖਾ ਕੁਐਸਚਨ, ਸੌਖਾ, ਰਾਈਟ ਹੋ ਗਿਆ। ਨੈਕਸਟ ਕੁਐਸਚਨ ਆ ਗਿਆ ਭਾਈ, ਦੇਖੋ ਧਿਆਨ ਦੇ ਨਾਲ। ਕਹਿੰਦਾ ਐਗਜ਼ਾਮੀਨੇਸ਼ਨ ਇੱਕ ਜਿਹਦੇ ਵਿੱਚ 25% ਆਫ ਦਾ ਮੈਕਸਿਮਮ ਮਾਰਕਸ ਕੋਈ ਲੈਂਦਾ ਕੈਂਡੀਡੇਟ ਤੇ ਫੇਲ ਹੋ ਜਾਂਦਾ ਉਹ 60 ਮਾਰਕਸ ਦੇ ਨਾਲ, ਯਾਨੀ ਉਹਦੇ 25% ਮਾਰਕਸ ਆਉਂਦੇ ਬਟ ਉਹ ਫੇਲ ਹੋ ਜਾਂਦਾ। ਜੇ ਉਹਨੇ ਪਾਸ ਹੋਣਾ ਹੁੰਦਾ ਤਾਂ ਉਹਨੂੰ 60 ਨੰਬਰ ਹੋਰ ਲੈਣੇ ਪੈਂਦੇ, ਯਾਨੀ 25% ਦੇ ਵਿੱਚ ਜੇਕਰ 60 ਨੰਬਰ ਜੁੜ ਜਾਂਦੇ ਤਾਂ ਉਹ ਪਾਸ ਹੋ ਜਾਂਦਾ, ਬਿਲਕੁਲ ਓਕੇ ਬਰਾਬਰ। ਇਸ ਤੋਂ ਬਾਅਦ ਕਹਿੰਦਾ ਜਿਹੜਾ ਅਨਦਰ ਕੈਂਡੀਡੇਟ ਆ ਉਹ 42% ਮਾਰਕਸ ਲੈ ਜਾਂਦਾ ਐਂਡ 8 ਮਾਰਕਸ ਜ਼ਿਆਦਾ ਲੈ ਜਾਂਦਾ ਮੋਰ ਦੈਨ ਦੈਟ ਆਫ ਨੈਸੈਸਰੀ ਟੂ ਪਾਸ, ਯਾਨੀ ਪਾਸਿੰਗ ਮਾਰਕਸ ਤੋਂ 8 ਨੰਬਰ ਜ਼ਿਆਦਾ ਲੈ ਜਾਂਦਾ। ਯਾਨੀ ਜਿਹੜਾ 42% ਨੰਬਰ ਲੈ ਕੇ ਗਿਆ ਉਹ 8 ਨੰਬਰ ਜੇ ਘੱਟ ਲੈ ਜਾਂਦਾ ਤਾਂ ਵੀ ਉਹ ਪਾਸ ਹੋ ਜਾਂਦਾ, ਕਿਉਂਕਿ 8 ਨੰਬਰ ਜ਼ਿਆਦਾ ਲੈ ਕੇ ਗਿਆ ਹੋਇਆ ਤਾਂ ਹੀ ਤਾਂ ਉਹਦੇ 42% ਆਇਆ, ਰਾਈਟ। ਯਾਨੀ ਜਿਹੜਾ 25% ਆ ਉਹ 60 ਨੰਬਰ ਘੱਟ ਲੈ ਕੇ ਗਿਆ, ਯਾਨੀ 25% ਦੇ ਵਿੱਚ 60 ਜੋੜ ਦਿਓ, ਯਾਨੀ ਜੇ ਉਹ ਜ਼ਿਆਦਾ ਲੈ ਜਾਂਦਾ ਤਾਂ ਪਾਸ ਹੋ ਜਾਂਦਾ, ਪਾਸਿੰਗ ਮਾਰਕਸ ਆ ਗਿਆ। ਇਸੇ ਤਰੀਕੇ ਨਾਲ 42% ਜੇ ਉਹ 8 ਘੱਟ ਵੀ ਲੈ ਜਾਂਦਾ ਤਾਂ ਵੀ ਪਾਸ ਹੋ ਜਾਂਦਾ, ਯਾਨੀ ਆ ਵੀ ਪਾਸਿੰਗ ਮਾਰਕ ਆ ਗਿਆ।
पासिंग मार्क इक्वल टू पासिंग मार्क, राइट हो गया। तो बस फिर आ गया भाई। तो हम ये घटा लो, 42 के 25 घटाओ तो 12 के 7 घटाए 17 आ गया, राइट। 17% तो कि बराबर आ गया, 68 के बराबर आ गया। इनू ये जोड़ दो, 60 ते 68, यानी 17 चौके 68। तो 100% जेकर देखा जाए तो कितना आ जाऊगा, 400 आ जाऊगा। यानी 400 तो आ गया मैक्सीमम मार्क्स जिन्ने का पेपर सीगा, ते आपां नूं मैक्सीमम मार्क्स पूछेगा तो मैक्सीमम मार्क तो 400 आ गया। तो जे इन्होंने पूछा हो पास मार्क्स, वट इज़ द पास मार्क, पासिंग मार्क किन्ने, हुण 400 का टोटल एग्जाम है, ये 25% नंबर लै गया, मान लो 25% लै गया तो किन्ने नंबर लै गया 400 का, यानी कि 25 चौका 100, यानी 100 मार्क्स लै गया। 100 मार्क्स नाल तो फेल हो गया 25% लैके, जे ये 60 होर लै जांदा, जे ये 60 होर लै जांदा तो पास हो जाता, यानी 160 आ जिहड़े वो पासिंग मार्क है, यानी बी ऑप्शन इहदा बन जाओ 160। 42% नाल भी कर सकते हो, यानी टोटल जिहड़ा पेपर है वो 400 का, 42% बंदा लै गया, 42% लै गया तो वो नंबर किन्ने आ गए, वो नंबर आ गए भाई 4 दूनी 8 तो कितना आ गया, चौकम चौकी 16, राइट। 168 नंबर आ गए। पर तो पासिंग मार्क तो 8 नंबर ज़्यादा लैके गया हुआ, तो 8 घटा दो तो कितना आ जाऊगा 160, यानी कि जोड़ा पास होने वास्ते मार्क्स चाहिए वो किन्ने आ 160 है। सो बी इसका आंसर बन जाऊगा। ठीक हो गया, बिल्कुल सौखा। इस तो बाद प्ले लिस्ट जाके जरूर चैक कर लो, ठीक है, प्ले लिस्ट जाके चैक कर लो तो ਤੁਹਾਨੂੰ सारा कुछ मिल जूगा उत्थे। जे कर जोगे तो ज़्यादा वधिया रहोगे, क्योंकि सच्ची बहुत वधिया सैशन लगे हुए हैं, राइट। पछता सकते थोड़ा जिहा उन्होंने देख के कि काश मैं पहला देख लेंदा, पर ठीक है जे लेट आए हो या पहली बार चैनल पर आए हो तो कोई चक्कर नहीं, राइट। तो चैनल पर होके भी नहीं देखा फिर तो माड़ी गल है, ठीक है। तो एक चीज़ होर है कि एप्लीकेशन कर लो इंस्टॉल भाई रेस अकैडमी की, उत्थे बहुत सारा कुछ चली जाता, ठीक है। वट इज़ द पटवारी की खास करके मेन्स की जी टैसट सीरीज़ आ ऑलरेडी जी हैगी लॉन्च हो चुकी है, तुम उसको ज्वाइन कर सकते हो। वट इज़ द लार्जेस्ट नंबर वैन डिवाइड 150, 180, 144 लीविंग द सेम रिमाइंडर इन ईच केस। हुण इहो ਜਿਹੇ क्वेश्चन भी आउंदे आ, यानी 150, 100 यानी हो गया तुहाडा 150, इधर हो गया 180 तो इधर हो गया 144 लीविंग द सेम रिमाइंडर इन ईच केस। तो जो ईच केस दे विच होवे तां की करना, उदों लार्जेस्ट नंबर यानी फिर वही गल भी आ जाती HCF कढ़ना, तो HCF कढ़ना ये घटा दो तो कितना आ गया 30 आ गया, इन्हों का डिफरेंस, इन्हों का डिफरेंस कितना आ गया 36 आ गया, राइट। तो इन्हों तिन्हों का डिफरेंस दोनों का डिफरेंस जो आ गया वो 6 आ गया, यानी आपस च घटा दो जो सेम रिमाइंडर दिता हो। हुण मैथड इत्थे तो चलो मैं तुहानूं शॉर्टकट ही दस रहा भी एक तरह नाल रट्टा मारो, पर इन्हां दे विच भी कंसैप्ट है, कंसैप्टां दे मत्था मारोगे फिर तुहानूं चीज़ां समझ लगदियां। पर फिलहाल समझ लो कि जेकर सेम रिमाइंडर एवें दिता होवे कि लार्जेस्ट नंबर कड्ढो जो विच डिवाइड इन्ना सेम रिमाइंडर होवे इन ईच केस तक किवें, यानी कि 150, 180 यानी इत्थे 30 आ गया, 180 तो 144 के विच डिफरेंस आ जिहड़ा 36 आ गया, तो 150 तो 144 के विच डिफरेंस आ गया 6 आ गया। हुण इन्हां दा जिहड़ा हैगा HCF कढ लो, आंसर आ जाऊगा। हुण इन्हां दा HCF ऑब्वियसली गल है हरेक दे विच 6 कॉमन है, 6 कॉमन है, इत्थे 6 है, इत्थे भी 6 है, इत्थे भी 6 है, तो इहदा जानी कि आंसर जिहड़ा आ गया वो 6 आंसर आ गया। सो सी ऑप्शन इहदा राइट बनदा, 6 आंसर इहदा राइट बनदा है। समझ लग गई भाई। कहता 21 मैंगो ट्रीज, 42 एप्पल ट्रीज ते 56 ऑरेंज ट्रीज है। उन्होंने कहता प्लान किया रो दे विच लाउण वास्ते, सच दैट कहता हरेक रो दे विच ईच रो कंटेन्स द सेम नंबर ऑफ ट्रीज, हरेक रो दे विच सेम नंबर ऑफ ट्री होवे एक वैरायटी का, ऑफ वैरायटी 1 ओनली। मिनीमम नंबर ऑफ रोज दसो किन्नियां होणगियां, द ट्रीज मे बी प्लांटड। बिल्कुल सौखा, HCF ही फिर कढ़ना, यानी तुहाडे 21 मैंगो है प्लस तुहाडे हैगे 42 एप्पल है प्लस तुहाडे 56 ऑरेंज है। हुण इन्हां दा लघुत्तम कर दो, इन्हां दा सॉरी HCF कढ़ लो, यानी हुण 21, 42, 56 दा आपां HCF कढ़ना। HCF कढ़ो भाई, HCF कितना जो आह हैगा तुहाडा 7 तिया 21, आ तुहाडा 7 6 42, 7 8 56, यानी 7 7 तो हरेक दे विच हैगा ही हैगा, 7 हरेक दे विच हैगा, तो इहदा मतलब 7 ही इहदा HCF आऊगा। इस बाद 3 6 8 तो नहीं कॉमन बनता कोई है ना, तो यदा मतलब 7 नाल इहनूं कर दो डिवाइड, तो आह तुहाडा जोड़ के कितना आ जाऊगा 21 21 ते 42 63 63 ते 156 9 119 119 आ गया। 119 नूं कर दो बटा 7, यानी यह आ जाऊगा तुहाडा 7 एकम 7 7 7 49, यानी 17 जिहड़े हैगे वो तुहाडियां रोआं बन गया। ठीक है, हुण यह कंसैप्ट है बेसिकली किवें आया देखो, सीधी जी गल है। 21 तुहाडे मैंगो ट्री है, 42 तुहाडे किहड़े ट्री है एप्पल ट्री है, 56 तुहाडे ऑरेंज ट्री है, तिन्ने सारे मिला के किन्ने 119 आ। हुण इन्हां दे विचों आपां
ਉਹੋ ਜਿਹੀਆਂ ਰੋ ਬਣਾਉਣੀਆਂ ਕਿ ਹਰੇਕ ਰੋ ਦੇ ਵਿੱਚ ਇੱਕ ਵੈਰਾਈਟੀ ਜਿਹੜੀ ਆ ਸਕੇ। ਠੀਕ ਹੈ, ਨੰਬਰ ਆਫ ਵੈਰਾਈਟੀ 1 ਓਨਲੀ, ਰਾਈਟ। ਸੋ ਇਹਨਾਂ ਦਾ ਆਪਾਂ HCF ਕੱਢ ਲਿਆ, HCF ਆ ਗਿਆ ਤੁਹਾਡਾ 7, 7 ਨਾਲ ਡਿਵਾਈਡ ਕਰ ਦਿਓ 17 ਆ ਗਿਆ, ਬਿਲਕੁਲ ਸੌਖਾ। ਹੁਣ ਇਹੋ ਜਿਹੇ ਕੁਐਸਚਨ ਵੀ ਤੰਗ ਕਰਦੇ ਆ ਭਾਈ, ਠੀਕ ਹੈ, ਕੋਆਪਰੇਟਿਵ ਬੈਂਕ ਵਾਸਤੇ ਖਾਸ ਕਰਕੇ ਜਾਂ ਸਬ ਇੰਸਪੈਕਟਰ ਵਾਸਤੇ, ਕਿਉਂਕਿ ਇਹਦੇ ਵਿੱਚ ਪੇਪਰ ਦਾ ਲੈਵਲ ਠੀਕ ਆਊਗਾ। ਪਟਵਾਰੀ ਦਾ ਲੈਵਲ ਬਿਲਕੁਲ ਸੌਖਾ ਹੁੰਦਾ, ਪਟਵਾਰੀ ਦੇ ਵਿੱਚ ਆਪਾਂ ਇਹਨਾਂ ਕੁਐਸਚਨਾਂ ਤੇ ਇੰਨਾ ਜ਼ਿਆਦਾ ਮੱਥਾ ਮਾਰਿਆ ਵੀ ਨਹੀਂ। ਹਾਂ, ਮੇਨਸ ਪੇਪਰ ਵਾਸਤੇ ਮਾਰਾਂਗੇ, ਤਿਆਰ ਰਹੋ। ਮੇਨਸ ਟੈਸਟ ਸੀਰੀਜ਼ ਵਾਸਤੇ ਵੀ ਯਾਨੀ ਕਿ ਜਿਹੜਾ ਮੈਂ YouTube ਤੇ ਜਾਂ ਟੈਸਟ ਸੀਰੀਜ਼ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਐਡ ਕਰਨ ਲੱਗੂਗਾ, ਬਟ ਮੈਂ ਚੈਪਟਰ ਵੀ ਕਰਵਾਊਂਗਾ ਤਾਂ ਕਿ ਤੁਸੀਂ ਵਧੀਆ ਤਰੀਕੇ ਦੇ ਨਾਲ ਕਰ ਸਕੋ। ਵਾਟ ਇਜ਼ ਦਾ ਰਿਮਾਈਂਡਰ ਵੈਨ 3 ਦੀ ਪਾਵਰ 40 ਇਜ਼ ਡਿਵਾਈਡਡ ਬਾਈ 11? 3 ਦੀ ਪਾਵਰ 40 ਇਜ਼ ਡਿਵਾਈਡਡ ਬਾਈ 11, 3 ਦੀ ਪਾਵਰ 40 ਇਜ਼ ਡਿਵਾਈਡਡ ਬਾਈ 11, ਰਾਈਟ। ਹੁਣ ਸਿੱਧੀ ਜੀ ਗੱਲ ਹੈ, ਹੁਣ ਇਹਨੂੰ ਕਿਵੇਂ ਕਰਨਾਗਾ? 11 ਦੇ ਨੇੜੇ ਤੇੜੇ ਜਾਓਗੇ। ਮੰਨ ਲਓ ਜੇਕਰ ਮੈਂ ਕਹਾਂ ਕਿ 3 ਦੀ ਪਾਵਰ 1 ਹੈ ਤਾਂ 3 ਦੀ ਪਾਵਰ 1 3 ਹੋ ਜਾਊਗਾ, 3 ਦੀ ਪਾਵਰ 2 ਕਹਾਂ ਤਾਂ ਕੀ ਹੋ ਜਾਊਗਾ? 9 ਹੋ ਜਾਊਗਾ, 3 ਦੀ ਪਾਵਰ 3 ਕਹਾਂ ਤਾਂ ਕਿੰਨਾ ਹੋ ਜਾਊਗਾ? 27 ਹੋ ਜਾਊਗਾ, 3 ਦੀ ਪਾਵਰ 4 ਕਹਾਂ ਤਾਂ ਕੀ ਹੋ ਜਾਊਗਾ? 81 ਹੋ ਜਾਊਗਾ, 3 ਦੀ ਪਾਵਰ 5 ਕਹਾਂ ਤਾਂ ਕਿੰਨਾ ਹੋ ਜਾਊਗਾ? 243 ਹੋ ਜਾਊਗਾ। ਹੁਣ ਇਹੀ ਗੱਲ ਹੈ ਵੀ ਪ੍ਰੈਕਟਿਸ ਇੰਨੀ ਜ਼ਿਆਦਾ ਹੋਣੀ ਚਾਹੀਦੀ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਆਹ ਨਾਲ ਦੀ ਨਾਲ ਜਿਹੜਾ 243 ਹੈ 11 ਦੇ ਪਹਾੜੇ ਤੇ ਕਰੀਬ ਕਰੀਬ ਜਾਂਦਾ, ਯਾਨੀ ਕਿ ਜਮਾਂ ਨੇੜੇ ਜਾ ਵੜਨਾ। ਯਾਨੀ ਜੇ ਮੰਨ ਲਓ ਮੈਂ ਇੱਥੇ ਕਰਦਾ ਕਿ 3 ਦੀ ਪਾਵਰ 5, 3 ਦੀ ਪਾਵਰ 5 ਤੇ ਇੱਥੇ ਆ ਜਾਊਗਾ 8, 8 ਬਣ ਜਾਊਗਾ ਤੇ ਡਿਵਾਈਡ ਕਰਦੇ ਇਹਨੂੰ 11, ਤਾਂ ਇਹਦਾ ਆਨਸਰ ਆ ਜਾਊਗਾ 1। ਕਿਵੇਂ ਪੜਾਂ? ਆਹ ਜਿਹੜਾ 243 ਹੈ, ਆਹ 243 ਹੈ ਨਾ, ਆਹ 243 ਹੈ, ਯਾਨੀ 243 ਨੂੰ ਜਦੋਂ ਮੈਂ ਡਿਵਾਈਡ ਕਰੂੰਗਾ 11 ਤੇ ਤਾਂ ਰਿਮਾਈਂਡਰ ਕਿੰਨਾ ਬਚਦਾ? ਤਾਂ 11 ਦੂਣਾ 22, 2 ਬਚ ਗਏ, ਤਾਂ 11 ਦੂਣਾ 22, ਰਾਈਟ। ਯਾਨੀ 1 ਰਿਮਾਈਂਡਰ ਬਚ ਗਿਆ, ਯਾਨੀ ਰਿਮਾਈਂਡਰ ਇੱਥੇ ਕਿੰਨਾ ਬਚ ਗਿਆ? ਰਿਮਾਈਂਡਰ ਤੁਹਾਡਾ 1 ਬਚ ਗਿਆ। ਬਸ ਫਿਰ ਜਦੋਂ 11 ਨੂੰ 243 ਨਾਲ ਆਪਾਂ 243 ਨੂੰ 11 ਨਾਲ ਡਿਵਾਈਡ ਕਰਦੇ ਹਾਂ ਤਾਂ ਰਿਮਾਈਂਡਰ ਤੁਹਾਡਾ 1 ਬਚਦਾ, ਯਾਨੀ ਇਹ ਰਿਮਾਈਂਡਰ ਤੁਹਾਡਾ 1 ਆ ਗਿਆ, ਯਾਨੀ 1 ਦੀ ਪਾਵਰ 8 ਆ ਗਿਆ ਤੇ ਇੱਥੇ ਆ ਜਾਊਗਾ 11। ਯਾਨੀ ਰਿਮਾਈਂਡਰ ਦਾ ਜਿੰਨੀ ਮਰਜ਼ੀ ਪਾਵਰ ਕਰ ਲਓ ਉਹ ਉਨਾ ਹੀ ਆਊਗਾ, ਯਾਨੀ 1 ਦੀ ਪਾਵਰ ਕਰ ਲਓ ਤਾਂ 1 ਹੀ ਆਊਗਾ, ਯਾਨੀ ਇਹ ਬਣ ਗਿਆ ਤੁਹਾਡਾ ਐਵੇਂ, ਯਾਨੀ ਇਹਦਾ ਆਨਸਰ ਆ ਗਿਆ 1, ਰਾਈਟ। ਸੋ ਹੁਣ ਇਹ ਕੁਐਸਚਨ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਤੁਸੀਂ ਇਹਨਾਂ ਨੂੰ ਸਮਝਿਆ ਹੋਊਗਾ ਕਿਸੇ ਵੀ ਟੀਚਰ ਤੋਂ, ਪਰ ਜਦੋਂ ਮੈਂ ਸਮਝਾਊਂਗਾ ਤਾਂ ਬਹੁਤ ਡਿਟੇਲ ਦੇ ਵਿੱਚ ਦੱਸੂਗਾ ਕਿ ਗੱਲਾਂ ਚੀਜ਼ਾਂ ਬਣੀਆਂ ਕਿਵੇਂ ਆ। ਪਰ ਜੇ ਤੁਸੀਂ ਪਹਿਲਾਂ ਇਹ ਕੀਤਾ ਹੋਇਆ ਤਾਂ ਡੈਫੀਨੇਟਲੀ ਤੁਹਾਨੂੰ ਸਮਝ ਲੱਗੂਗਾ। ਮੈਂ ਕੋਸ਼ਿਸ਼ ਕੀਤੀ ਹੈ ਕਿ ਲੈਵਲ ਪੇਪਰ ਦਾ ਰੱਖਾਂ। ਮੈਨੂੰ ਪਤਾ ਕਿ ਕਾਫੀ ਜਣੇ ਕਹਿੰਦੇ ਹੋਣਗੇ ਵੀ ਇੰਨਾ ਲੈਵਲ ਨਹੀਂ ਆਊਗਾ, ਵਧੀਆ ਗੱਲ ਹੈ ਨਾ ਆਵੇ, ਬਟ ਜੇ ਆ ਗਿਆ ਤਾਂ ਤੁਹਾਨੂੰ ਇਹ ਕੰਮ ਦੇ ਕੇ ਜਾਊਗਾ, ਰਾਈਟ। ਸੋ 1 ਆਨਸਰ ਆ ਗਿਆ। ਮੇਰੇ ਹਿਸਾਬ ਦੇ ਨਾਲ ਤੁਸੀਂ ਇਹ ਚੀਜ਼ਾਂ ਸਮਝ ਗਏ ਹੋਵੋਗੇ। ਸੋ ਆਪਾਂ ਬਿਲਕੁਲ ਨੇੜੇ ਜਾਵੜੇ, ਯਾਨੀ ਜੇਕਰ ਮੈਂ 3 ਦੀ ਪਾਵਰ 5 ਕਰਦਾ, ਯਾਨੀ ਜੇਕਰ ਮੈਂ 3 ਦੀ ਪਾਵਰ 5 ਕਰਦਾ ਤਾਂ ਮੈਨੂੰ ਪਤਾ 243 ਬਣਦਾ, ਤੇ 243 ਦਾ 1 ਬਚੂਗਾ ਤਾਂ ਇੱਥੇ ਆ ਜਾਊਗਾ 8, ਤਾਂ ਬਸ ਫਿਰ ਇਹ 1 ਰਿਮਾਈਂਡਰ ਆ ਜਾਊਗਾ। ਸੇਮ ਜਦੋਂ ਆਪਾਂ ਦੇਖਦੇ ਹਾਂ, ਮੰਨ ਲਓ ਆਹ ਗਾਹਾਂ ਵਾਲਾ ਕੁਐਸਚਨ ਆ, ਜਿਵੇਂ ਫੋਰ ਐਗਜ਼ਾਮਪਲ 7 ਦੀ ਪਾਵਰ 84 ਆ ਗਿਆ, 7 ਦੀ ਪਾਵਰ 84 ਆ ਗਿਆ, ਡਿਵਾਈਡ ਕਰ ਦਿਓ ਇਹਨੂੰ 342 ਦੇ ਨਾਲ, 342 ਦੇ ਨਾਲ ਕਰ ਦਿਓ ਤਾਂ ਫਿਰ ਹੁਣ ਤੁਹਾਨੂੰ ਪਤਾ ਕਿ 342 ਕਿਹਦੇ ਕਰੀਬ ਜਾਂਦਾ? 343, 343 ਨਾਲ ਦੀ ਨਾਲ ਦਿਮਾਗ ਦੇ ਵਿੱਚ ਆਉਣਾ ਚਾਹੀਦਾ ਕਿ 7 ਦੀ ਪਾਵਰ 343 ਕਦੋਂ ਹੁੰਦੀ ਆ? ਧਿਆਨ ਦੇ ਨਾਲ 7 ਦੀ ਪਾਵਰ ਜਦੋਂ 4 ਕਰੋਗੇ, ਦੇਖੋ 7 ਦੀ ਪਾਵਰ 1 ਹੁੰਦਾ 7, 7 ਦੀ ਪਾਵਰ 2 ਹੁੰਦਾ 49, 7 ਦੀ ਪਾਵਰ 3 ਹੁੰਦਾਗਾ ਕਿੰਨਾ ਹੁੰਦਾ? 343, ਯਾਨੀ 7 ਦੀ ਪਾਵਰ 3 ਆ ਜਿਹੜਾ ਉਹ 343 ਹੁੰਦਾ। 7 ਦੀ ਪਾਵਰ 3 343 ਆ, ਉਦੋਂ ਬਾਅਦ ਕਿੰਨਾ ਬਚੂਗਾ? ਦੇਖੋ ਧਿਆਨ ਦੇ ਨਾਲ, 3 ਦੂਣੀ ਤੇ 3 8 24, ਯਾਨੀ ਇਹ ਪੂਰਾ ਵੰਡਿਆ ਜਾਊਗਾ 343 ਤੇ। ਇੱਧਰ ਕਿੰਨਾ? 342, ਯਾਨੀ ਆਹ 343 ਨੂੰ ਜਦੋਂ ਆਪਾਂ 342 ਤੇ ਡਿਵਾਈਡ ਕਰਾਂਗੇ ਤਾਂ ਕਿੰਨਾ ਬਚੂਗਾ? 1 ਬਚੂਗਾ। ਤਾਂ 1 ਦੀ ਪਾਵਰ ਜਿੰਨੀ ਮਰਜ਼ੀ ਹੋਵੇ 1 ਹੀ ਰਹੂਗਾ ਹਮੇਸ਼ਾ, 1 ਦੀ ਪਾਵਰ ਜਿੰਨੀ ਮਰਜ਼ੀ ਹੋ ਜੇ, ਤਾਂ ਯਾਨੀ ਕਿ ਇਹ 343 ਇਹਦਾ ਵੀ ਆਨਸਰ 1 ਆ ਜਾਊਗਾ, ਰਾਈਟ। ਇਸ ਤਰੀਕੇ ਨਾਲ ਕੁਐਸਚਨ ਕਰੀਦੇ ਆ। ਬਸ ਤੁਹਾਨੂੰ ਪਤਾ ਹੋਣਾ ਚਾਹੀਦਾ, ਦਿਮਾਗ ਲੱਗਣਾ ਚਾਹੀਦਾ ਵੀ ਨੇੜੇ ਤੇੜੇ ਕਿਵੇਂ ਜਾਂਦਾ। ਜਿਵੇਂ ਤੁਹਾਨੂੰ ਪਤਾ ਲੱਗ ਗਿਆ 200 ਰੁਪਏ, ਜਿਵੇਂ ਫੋਰ ਐਗਜ਼ਾਮਪਲ ਆਪਾਂ ਗਾਂਹ ਵਾਲਾ ਕਰਦੇ ਹਾਂ, ਜਿਵੇਂ 5 ਦੀ ਪਾਵਰ ਤੁਹਾਡਾ 48 ਹੈ, 5 ਦੀ ਪਾਵਰ 48 ਹੈ ਤੇ ਮਾਈਨਸ ਹੈਗਾ ਤੁਹਾਡਾ 124, 5 ਦੀ ਪਾਵਰ 48 ਹੈ ਮਾਈਨਸ 124 ਹੈ, ਤਾਂ ਹੁਣ 125 ਦੇ ਲੈਵਲ ਤੇ ਜਾਵੜਿਆ, ਯਾਨੀ 5 ਦੇ ਵਿੱਚ 125 ਕਿਤੇ ਆਉਂਦਾ? ਹੁਣ ਸੌਖਾ ਹੈ, ਪਤਾ ਲੱਗਦਾ ਕਿ 5 ਦੀ ਪਾਵਰ 3 ਹੈ, ਯਾਨੀ ਕਿ ਜਿਹੜਾ ਕਿ 125 ਬਣਦਾ ਤੇ 3 ਤੇ ਆ ਜਾਂਦਾ, ਯਾਨੀ ਇੱਥੇ 16 ਬਚ ਜਾਊਗਾ, ਡਿਵਾਈਡਡ 124। ਹੁਣ ਜਦੋਂ 124 ਨੂੰ 125 ਨਾਲ ਡਿਵਾਈਡ ਕਰੋਗੇ ਤਾਂ 1 ਰਿਮਾਈਂਡਰ ਆਊਗਾ, 1 ਰਿਮਾਈਂਡਰ ਆ ਗਿਆ ਤੇ 1 ਦੀ ਪਾਵਰ 16 1 ਹੀ ਆਊਗਾ। ਸੋ ਇਹਦਾ ਵੀ ਆਨਸਰ ਜਿਹੜਾ ਆ ਗਿਆ ਉਹ ਕੀ ਆ ਗਿਆ? 1 ਆ ਗਿਆ। ਹਾਲਾਂਕਿ ਇਹੋ ਜਿਹੇ ਕੁਐਸਚਨ ਬਹੁਤ ਜ਼ਿਆਦਾ ਬਣਦੇ ਆ, ਖਾਸ ਕਰਕੇ ਇਹ ਤੁਹਾਨੂੰ ਪੇਪਰਾਂ ਦੇ ਵਿੱਚ ਦਿਖਦੇ ਹੀ ਰਹਿਣਗੇ, ਬਟ ਕਨਸੈਪਟ ਦਿਮਾਗ ਦੇ ਵਿੱਚ ਆਉਣਾ ਚਾਹੀਦਾ। ਪਰ ਹੁਣ ਖੁਸ਼ ਨਾ ਹੋ ਜਿਓ ਕਿ ਹਰ ਚੀਜ਼ ਐਵੇਂ ਹੀ ਹੁੰਦੀ ਹੈ ਤੇ ਹਰੇਕ ਦਾ ਆਨਸਰ 1 ਆਉਂਦਾ। ਜਿਵੇਂ ਕਿ ਮੰਨ ਲਓ ਤੁਹਾਨੂੰ ਆ ਗਿਆ ਕਿ 2 ਦੀ ਪਾਵਰ 23 ਆ, ਡਿਵਾਈਡਡ ਹੈਗਾ ਤੁਹਾਡਾ 10 ਤੇ। ਹੁਣ 2 ਦੀ ਪਾਵਰ 23 ਨੂੰ ਮੈਂ ਕੀ ਲਿਖ ਸਕਦਾ? 2 ਦੀ ਪਾਵਰ 23 ਨੂੰ ਜੇਕਰ ਮੈਂ ਐਂ ਲਿਖਾਂ ਕਿ ਆ 2 ਦੀ ਪਾਵਰ 22 ਹੋ ਗਿਆ, 1 2 ਆ ਲਿਖਤਾ ਮੈਂ, ਤੇ ਨੀਚੇ ਇਹਨੂੰ ਮੈਂ 2 ਗੁਣਾ 5 ਲਿਖ ਦਿੰਦਾ।
2 गुणा 5 लिखता, इनू मैं 2 गुणा 5 लिखता। हुण 2 नाल 2 कट्टिया गया, 2 गुणा 5 लिखता, 2 नाल 2 कट्टिया गया। हुण की बच गया 2 की पावर 22 बच गया बटा 5 बच गया, राइट। जदों मैं इनू कीता 2 की पावर 22 डिवाइडेड 5 कीता तो मैनू पता कि इत्थे जेकर मान लो 4 आ जाए, 4 आ जाए, 4 आ जाऊगा तो 5 के नेड़े तेड़े जा वड़िया, यानी हुण 4 किवें बन सकदा, 2 की पावर 2 नाल, 2 की पावर 2 आ तो इत्थे 11 बच जूगा, डिवाइडेड आ गया 5, यानी 4 डिवाइडेड 5 आ गया। हुण जदों 4 नूं 5 नाल डिवाइड करोगे, 4 नूं 5 नाल डिवाइड करोगे तो 5 तो जाना ही नहीं है, 5 0 या 0 आ जाऊगा, यानी रिमाइंडर तुहाडा 4 ही आ जाना। यानी जदों 5 नूं डिवाइड 4 नूं 5 ते डिवाइड करोगे तो ओबवियसली गल है 5 वड्डा गा तो 0 ते चला जाऊगा, 4 रिमाइंडर आ जाऊगा, यानी इहदा आंसर आऊगा 4। ठीक है, सो इस तरीके दे नाल इन्हां क्वेश्चनां नूं देखना पैंदा गा। हुण तुसीं किहड़ी अप्रोच नाल क्वेश्चनां नूं करदे हो ਉਹ अलग गल है, पर जेकर तुसीं इन्हां चीज़ां नूं पढ़िया होया तो मेरे हिसाब दे नाल तुहाडी रिवीजन चंगी हो जूगी। ठीक है, चंगे रहोगे, कोई चक्कर वाली गल है नहीं। ठीक हो गया। आई एम रियली सॉरी कि जेकर तुसीं वीडियो नूं देख के थोड़ा जिहा भी डीमोटिवेट ना हो जाओ कि यार ये कीते क्यों नहीं। कोई जरूरी नहीं है कि पेपरां दे विच आउण, बट मेरी कोशिश ये है कि जेकर तुसीं कीते होए तो उन्हां दी रिवीजन करवा दा। आई नो दैट कि मैनू पता कि आसे पासे बहुत बुरा हाल है, बहुत सारिया कॉलां आउंदियां कि सर यह चीज़ नहीं करवाई, ये चीज़ नहीं करवाई सानू, या असीं रह गए, राइट। सो उन्हां दा मैं कसूर नहीं करदा, बिल्कुल सच्ची टाइम थोड़ा गा तो पूरा हो ही नहीं सकता इन्ने घट टाइम दे विच, राइट। जो टाइम ही नहीं मिले बेसिकली। चलो खैर, तो आह क्वेश्चन करो भाई कि वट इज़ द रिमाइंडर जदों आपां 3 की पावर 65 नूं डिवाइड करदे 28 ते, 3 की पावर 65 नूं जदों डिवाइड करदे 28 ते। हुण ध्यान दे नाल नोट करो कि 28 के करीब तुहानूं की याद आ रहा, 27 याद आ रहा, तो 27 3 की पावर 3 का बनता। जदों 27 3 की पावर 3 का बनता तो उन्हें 3 नेड़े तेड़े लै जाओ, 3 दूनी 6, 3 एका 3, यानी 21 3 63 बन गया, पर हजे भी बच गए 2 क्योंकि 63 तो है नहीं, 65 है, तो यानी 3 की पावर 2 होर बच गया, डिवाइडेड बाय इधर कर दो 28, राइट। हुण जदों आह 3 की पावर 27 है, आह 3 की पावर 27 है, 3 की पावर 3 है, तो 27 बनूगा, 27 डिवाइडेड 28, यानी 27 डिवाइडेड 28, तो आह वड्डा गा तो ओबवियसली गल 0 ते जाऊगा तो 27 ही रिमाइंडर बच जाऊगा, यानी इत्थे तो बच गया तुहाडा 27 रिमाइंडर, तो इत्थे रिमाइंडर तुहाडा की बच जाऊगा 9 बच जाऊगा। क्यों? क्योंकि 3 की पावर 2 की होंदा 9, 9 डिवाइडेड 28 तो 28 फिर वड्डा, 28 0 का 0, 9 रिमाइंडर आ जाऊगा, यानी यह तुहाडा कितना आ गया भाई 9 रिमाइंडर आ गया, यानी इत्थे आ जाऊगा -9, राइट। सो इहनूं तुसीं जदों करोगे तो यह तुहाडा आंसर कितना आ जाऊगा, सॉरी गुणा, ठीक है, इत्थे गुणा ना, गुणा, हाँ, तो गुणा आ गया तुहाडा 9, राइट। हुण इहनूं फिर तुसीं डिवाइड करना गा 28 ते, इहनूं फिर तुसीं डिवाइड ते 28 करना। हुण सिंपल जिहा गल है कि जदों 28 नूं तुसीं 27 नाल डिवाइड कर दोगे तो -1 रिमाइंडर आ जाऊगा, -1 रिमाइंडर आ जाऊगा, तो -1 गुणा 9 ये बन गया तुहाडा -9, तो जदों भी -9 आ जाए तो 28 दे विचों घटा दो, यानी 28 - 9 तुहाडा कितना आ गया 19 आ गया, यानी 19 इहदा राइट आंसर बन जाऊगा। ठीक है, 19 इहदा राइट आंसर बन जाऊगा। कोई चक्कर नहीं है जेकर नहीं आ रहा है, इन्हां क्वेश्चनों एक बारी छड्ड दो, मैं इन्हां दी तैयारी तुहानूं बखूबी ढंग दे नाल कोऑपरेटिव बैंक वास्ते करवाऊँगा, यह क्वेश्चनों की चक्कर ना मानो। ठीक है, पर उही गल है भी टाइम की बड़ी शॉर्टेज है, पेड कोर्स भी बहुत चल रहे हैं, सो उन्होंने भी पढ़ाना पैंदा गा। सो आई एम रियली सॉरी जेकर तुहानूं इन्हां चीज़ों के कोई भी हुण प्रॉब्लम आ रही है, टाइम की कमी है, क्योंकि मैं पॉलिटी कंप्लीट करवाती, हिस्टरी कंप्लीट करवाती, हजे जियोग्राफी की मैनूं बहुत ज़्यादा डिमांड आउंदी कि सर जियोग्राफी भी करवा दो, की करिए, टाइम की कमी है। हुण पढ़ाउणा तो ओबवियसली गल है सारे थावां ते पैंदा, हरेक की अपनी अपनी डिमांड है, राइट है। चलो खैर, तो क्वेश्चन करते हैं भाई, कहता 40% मार्क्स है किसी एग्जामिनेशन के विच रिक्वायर है किसी जदों पास होने वास्ते, यानी जेकर मान लो टोटल जिहड़ा पेपर है टोटल मार्क्स यानी 100 नंबरों का, तो पास होने वास्ते जिहड़े चाहिए वो किन्ने चाहिए, 40 नंबर चाहिए, बिल्कुल 40% यही हो गया। कहता ए है जिहड़ा 10% घट लैंदा नंबर, 10% घट लैंदा नंबर ऑफ मार्क्स रिक्वायर्ड टू पास, यानी ए है जिहड़ा वो 10% घट लैंदा पासिंग मार्क्स तो भी, यानी पासिंग मार्क्स जिहड़े है 40 है, वो 40 का भी 10% घट लैंदा, यानी 40 का भी 10% की हो जाऊगा 4 हो जाऊगा, यानी 40 तो भी 4 घट लैंदा, यानी किन्ने लैंदा 36 लैंदा। बी आ गया हुण जिहड़ा बी आ कहंदा बी ऑबटेन करदा 11/1/9% लैस दैन ए, यानी जिहड़ा बी आ वो 11/9, 11/1/9 का मतलब की है 11 9 99, 99 1 100/9, 100/9 गुणा 100 यानी 1/9, यानी जेकर तुसीं देखोगे तो 36 का 1/9 कितना बनता है, ये बनता है तुहाडा 9 चौका, यानी कि जिहड़े बी दे आ वो 4 ए तो भी घट है, यानी अपन नूं की कहा 11/1/9 लैस तो 4 आ गया, तो 4 इस तो घट है, यानी बी दे आ गए 32।
ਹੁਣ सी की गल करदा सी कहता जिहड़ा हैगा वो obtain करदा गा 41 सही 3/17% लैस दैन मार्क्स obtained A and B। हुण A and B द्वारा जिहड़े इकट्ठे लए गए आ, हुण A and B द्वारा इकट्ठे किन्ने लए गए 68 नंबर। 68 दा भी कहंदा 41 सही 3/17। हुण 41 नूं 17 ना करो, 17 1 17 ते 7 बच गया, 1 बच गया ते 17 चौक 68 ते 1 69 यानी 697 3 जोड़ दो यानी 700/17 700/17% का ला दो 100 यानी ये बन गया इन्ना 17 चौके 68 यानी 4 7 28 यानी जोड़ा सी है वो इन्ने परसेंट यानी जो 28 आ गया इन्ने घट है लैस दैन की तो जेकर A प्लस B आप जोड़ दी A प्लस B के किन्ने 68 है A प्लस B के किन्ने 68 है 68 तो भी 28 घट है तो जेकर 68 तो 28 घट है तो C के किन्ने 40 नंबर है। यदा मतलब वट परसेंट मार्क्स सी तो 100 के विचों जेकर सी दे 40 है तो फिर सी दे परसेंट भी किन्ने होए 40 ही होए। सो 40 इसका आंसर आ गया। समझ लग गई ना भाई। सो जिमें जिमें क्वेश्चन करी जाता आ क्वेश्चन पता नहीं आप किन्ने बारी किया होया क्लासां दे विच, ठीक है ना। सो उही गल है भी कहता ये मैन इन्वेस्ट करता 5000 रुपया 10% पर एनम SI तो 2 साल वास्ते। हुण 5000 जिहड़ा कीता 10% कीता गा SI 2 साल वास्ते तो कितना बन गया ये देख लो भाई तुहाडा बन गया 5 दूनी 10 तो ये बन गया तुहाडा 1000 रुपया राइट। यानी कि जिहड़ी अमाउंट आ गई वो कितनी आ गई तुहाडी 6000 आ गई। इस तो बाद कहता भी एट द एंड ऑफ 2 ईयर वो कहता इंटायर अमाउंट आ जी विदड्रू कर लेता यानी 6000 रुपया उन्हें कढ़ा लिया तो हुण कहता इहनूं इन्वेस्ट करता CI ते। हुण 6000 नूं उन्हें CI ते इन्वेस्ट किया तो 10% रेट है 10% 2 साल वास्ते जेकर CI होगा तो CI 10 कितना हो जाऊगा ये 10 गुणा 10/100 कितना हो जाऊगा 21 हो जाऊगा राइट है। कट कटा लो सारा आ 20 बन गया आ 21 बन गया यानी 21% है जो तुहाडा CI बन जाऊगा। या तो एवें कढ़ लो कि 6000 के 21% कढ़ लो सीधा 6000 के 21% कढ़ लो तो कितना आ जाऊगा 1260 राइट है। तो 1260 6000 के जोड़ दो 72 60 आंसर आ जाऊगा। या तो एवें कढ़ लो तो ਜਾਂ फिर तुसीं किवें कढ़ सकदे हो जिवें बहुत सिंपल तरीका तुहानूं CI का पता होगा कि जिहड़ा 6000 आ वो अमाउंट उन्हें कढ़ा ली तो हुण उन्हें आह भी अमाउंट आ गाहां CI वास्ते 10% ते देती। हुण 10% इहदा कितना आ गया जी 600 आ गया, इहदा 10% कितना आ गया जी 600 आ गया। हुण 600 ते भी गाहां इंटरस्ट ते भी इंटरस्ट लगूगा 600 ते भी गाहां 10% लगू क्योंकि CI है क्योंकि कंपाउंड इंटरस्ट है तो 600 का भी 10% की होगा 60 होगा। तो हुण जिहड़ा कंपाउंड इंटरस्ट टोटल कितना आ गया 600 612 1260 आ गया यानी 6000 ते 1260 जोड़ दो कितना आ गया 7260 यानी 7260 आंसर आ गया। यानी ਇਹਦਾ आंसर आ जाऊगा C। ਇਹਦਾ आंसर आ गया C। समझ लगी भाई मेरे हिसाब के ये चीज़ां समझ गए होवोगे। कहता एक सम है 18750। अच्छा मैं काली काली इस करके करा रहा मैं ये समझ के करवा रहा कि तुम इनू स्लो अपने आप कर लोगे राइट है नहीं तो क्लास बहुत लंबी बन जानी है। चलो ये सम ऑफ 18750 एक फादर अपने बच्चों वास्ते छड्ड जांदा ते वो कहता भी एक 12 सालों का एक 14 सालों का उन्हें वो डिवाइड कर लैणगे कदों जदों वो 18 सालों के हो गए तो कहता प्रिंसीपल प्लस इंटरस्ट मिला के वो रिसीव करनगे 5% सिंपल इंटरस्ट ते वो सेम होगा यानी अमाउंट आ जी सेम होगी। तो जो अमाउंट सेम होंगी है प्रिंसीपल की जी रेशो होंगी वो की होंगी है 1/100 प्लस R1T1 1/100 प्लस R2T2। ये चंगी तरह क्वेश्चन आप किए हुए चंगी तरह क्वेश्चन किए हुए बहुत वधिया। अमाउंट बराबर है जे इतने सिंपल इंटरस्ट बराबर होंदा तो 1/R1 रेशो 1/R2 आ जाता बट अमाउंट बराबर है। अमाउंट बराबर है तो हम देखो जो छोटा बच्चा है वो किन्ने साल रहिंदे है वो 12 ते 6 18 साल रहिंदे यानी 6 साल वास्ते 5% सिंपल इंटरस्ट लगूगा यानी कि 100 प्लस 6 5 30 यानी कितना आ जाऊगा 6 5 30 रेशो। इस तो बाद 100 प्लस हुणे किवें आया हुआ फार्मूला मैं चंगी तरह दस्या होया वार वार मैनू मत्था मारना पऊगा ये कोई फायदा नहीं। तुसीं पुरानी वीडियो देख लो फिलहाल टाइम इजाजत नहीं दे रहा। तो 14 ते 4 18 14 ते 4 साल रहिंदे ते 4 5 20 यानी इत्थे आ जाऊगा 20 राइट है। सो ये आ गया तुहाडा 120 ते आ गया तुहाडा 130 राइट है। उधर ले जाओ तो 0 ਨਾਲ 0 कट्टे गए यानी रेशो जी बन गई 12:13 बन गई जिहदे पैसा वंडिया जाऊगा। हुण 12 ते 13 कितना हुंदा 25 हुंदा 25 बराबर की रहा तुहाडा 18750 के बराबर है। तो कल्ला कल्ला पोर्शन कढ़ना गा 13 कढ़ लो तो सॉरी 12 कढ़ लो तो 13 कढ़ लो राइट। सो 12 जो कढ़िया तो कितना आ जाऊगा देखो 25 ये कितना आ जाऊगा
25 25 7 175, 25 7 175 कितना बच गया 12, 12 25 5 125, 750, 750 ਨੂੰ ਜਦੋਂ 12 ਨਾਲ ਮਲਟੀਪਲਾਈ ਕਰੋਗੇ ਤਾਂ 12 5 60 ਤੇ 12 7 84 ਤੇ 6 90, ਯਾਨੀ ਇਹ ਬਣ ਗਿਆ ਤੁਹਾਡਾ 9000। ਤਾਂ ਇਹ ਆ ਜਾਊਗਾ ਤੁਹਾਡਾ 9000, ਯਾਨੀ 9000 ਆ ਆਪਸ਼ਨ ਦੇ ਵਿੱਚ ਪਿਆ। ਤੇ ਦੂਸਰਾ ਓਬਵੀਅਸਲੀ ਗੱਲ ਕਿ 18750 ਤਾਂ 9750 ਹੀ ਬਣੂਗਾ। ਸੋ ਯਾਨੀ ਇਹਦਾ ਆਨਸਰ ਜਿਹੜਾ ਆ ਗਿਆ ਭਾਈ ਉਹ ਆ ਗਿਆ ਸੀ ਆਨਸਰ ਆ ਗਿਆ। ਆਈ ਥਿੰਕ ਤੁਹਾਡਾ ਆਨਸਰ ਬਿਲਕੁਲ ਰਾਈਟ ਹੋਵੇਗਾ। ਕੀ ਭਾਈ ਤੁਹਾਨੂੰ ਸਮਝ ਲੱਗ ਗਈ? ਲੱਗ ਗਈ ਭਾਈ ਸਮਝ? ਵੈਰੀ ਗੁੱਡ। ਇੱਕ ਸਾਈਕਲ ਮਰਚੈਂਟ ਕਹਿੰਦਾ ਅਲਾਓ ਕਰਦਾ 25% ਕਮਿਸ਼ਨ ਔਨ ਹਿਜ਼ ਐਡਵਰਟਾਈਜ਼ਡ ਪ੍ਰਾਈਸ। ਇੱਕ ਐਡਵਰਟਾਈਜ਼ ਪ੍ਰਾਈਸ ਆ, ਕੋਈ ਮੰਨ ਲਓ ਪ੍ਰਾਈਸ ਉਹਨੇ ਰੱਖ ਲਿਆ ਐਡਵਰਟਾਈਜ਼ਮੈਂਟ ਵਾਸਤੇ ਤੇ ਉਹਦੇ ਤੇ 25% ਕਮਿਸ਼ਨ ਰੱਖਤਾ ਉਹਨੇ। ਕਹਿੰਦਾ ਹਜੇ ਵੀ ਉਹ ਪ੍ਰੋਫਿਟ ਕਮਾ ਰਿਹਾ 20% ਦਾ। ਕਹਿੰਦਾ ਜੇਕਰ ਕਹਿੰਦਾ ਉਹ 60 ਰੁਪਏ ਕਮਾ ਰਿਹਾ ਹੈਗਾ, ਇਫ ਹੀ ਗੇਨਸ 60 ਰੁਪਏ ਓਵਰ ਦਾ ਸੇਲ ਆਫ ਵਨ ਸਾਈਕਲ, ਤਾਂ ਦੱਸੋ ਕਹਿੰਦਾ ਐਡਵਰਟਾਈਜ਼ ਪ੍ਰਾਈਸ ਜਿਹੜਾ ਸੀਗਾ ਯਾਨੀ ਕਿ ਉਹ ਰੱਖਿਆ ਹੋਇਆ ਉਹ ਕਿੰਨਾ ਹੈਗਾ। ਹੁਣ ਮੰਨ ਲਓ ਜਿਹੜਾ ਐਡਵਰਟਾਈਜ਼ ਪ੍ਰਾਈਸ ਆ ਉਹ ਕਿੰਨਾ ਹੈਗਾ 100 ਹੈ ਮੰਨ ਲਓ। ਹੁਣ 100 ਦੇ ਵਿੱਚੋਂ 25% ਤੋਂ ਕਮਿਸ਼ਨ ਦੇ ਦਿੰਦਾ, ਯਾਨੀ 100 ਦਾ ਜੇਕਰ 25% ਕਮਿਸ਼ਨ ਦੇਤਾ ਤਾਂ 25 ਕਮਿਸ਼ਨ ਦੇਤਾ, ਯਾਨੀ ਕਿੰਨਾ 75 ਰਹਿ ਗਿਆ। ਹੁਣ 75 ਤੇ ਵੀ ਕਹਿੰਦਾ ਉਹ 20% ਪ੍ਰੋਫਿਟ ਕਮਾ ਰਿਹਾ। 75 ਤੇ ਵੀ ਉਹ 20% ਪ੍ਰੋਫਿਟ ਕਮਾ ਰਿਹਾ, ਯਾਨੀ ਕਿ 100/120, ਯਾਨੀ ਕਾਸਟ ਪ੍ਰਾਈਸ ਆ ਗਿਆ। 20 ਛਿੱਕਾ 20 ਪੰਜਾ 2 ਤੀਆ 2 ਆ ਤੁਹਾਡੀ 3 ਦੂਣੀ ਤੇ 3 25 ਆ। ਤਾਂ ਇਹ ਆ ਗਿਆ ਤੁਹਾਡਾ ਕਾਸਟ ਪ੍ਰਾਈਸ 125/2 ਆ ਗਿਆ। ਹਜੇ ਵੀ ਕਹਿੰਦਾ ਉਹ ਜਿਹੜਾ ਪ੍ਰੋਫਿਟ ਆ ਕਮਾ ਰਿਹਾ ਹੈਗਾ, ਉਹ ਹਜੇ ਵੀ ਪ੍ਰੋਫਿਟ ਕਮਾ ਰਿਹਾ ਸੀਗਾ 75 ਰੁਪਏ ਤੇ। ਰਾਈਟ ਹੋ ਗਿਆ, ਬਿਲਕੁਲ ਸੌਖਾ, ਬਿਲਕੁਲ ਸੌਖਾ ਹੈਗਾ। ਓਕੇ ਆ, ਯਾਨੀ ਕਹਿਣ ਦਾ ਮਤਲਬ 100 ਰੁਪਈਆ ਜੇਕਰ ਪ੍ਰਾਈਸ ਆ ਤਾਂ ਉਹਦੇ ਤੇ ਕਹਿੰਦਾ ਉਹ ਭਾਈ ਜਿਹੜਾ ਹੈਗਾ 25 ਰੁਪਏ ਕਮਿਸ਼ਨ ਦਿੰਦਾ ਤਾਂ 75 ਆ ਗਿਆ। ਤੇ 75 ਤੇ ਵੀ ਜੇਕਰ ਉਹ ਕਹਿੰਦਾ ਕਮਾ ਰਿਹਾ ਹੈਗਾ 20% ਪ੍ਰੋਫਿਟ, ਤਾਂ ਓਬਵੀਅਸਲੀ ਗੱਲ ਆ ਜਿਹੜਾ ਕਾਸਟ ਪ੍ਰਾਈਸ ਆ ਤੁਹਾਡਾ ਉਹ ਇੰਨਾ ਆ ਗਿਆ। ਰਾਈਟ ਆ, ਇੰਨਾ ਆ ਗਿਆ ਕਾਸਟ ਪ੍ਰਾਈਸ। ਹੁਣ ਜੇਕਰ ਇਹ ਕਾਸਟ ਪ੍ਰਾਈਸ ਇੰਨਾ ਆ ਗਿਆ ਤੇ ਉਹ ਗੇਨ ਕਰ ਰਿਹਾ ਕਿੰਨਾ 60 ਰੁਪਏ, ਤਾਂ ਹੁਣ ਸਿੱਧੀ ਜੀ ਗੱਲ ਆ ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਕਿੰਨਾ ਗਾ, ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਕਿੰਨਾ ਗਾ, ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਕਿੰਨਾ, ਯਾਨੀ 75 ਰੁਪਏ ਤਾਂ ਉਹ ਉਹਦੇ ਕੋਲੇ ਰਹਿ ਜਾਂਦੇ ਆ ਜਦੋਂ ਉਹ ਵੇਚਦਾ ਗਾ, ਕਿਉਂਕਿ 25% ਕਮਿਸ਼ਨ ਦੇ ਕੇ। ਰਾਈਟ ਆ, ਤੇ ਇੱਧਰ ਆ ਗਿਆ ਤੁਹਾਡਾ ਇਹ 125/2। ਤਾਂ ਕਾਸਟ ਪ੍ਰਾਈਸ ਜਿਹੜਾ ਹੈਗਾ 125/2 ਆ, ਤਾਂ ਦੋਨਾਂ ਦੇ ਵਿੱਚ ਡਿਫਰੈਂਸ ਕਿੰਨਾ ਹੈਗਾ 125/2 ਡਿਫਰੈਂਸ ਹੈ। ਧਿਆਨ ਦੇ ਨਾਲ, ਯਾਨੀ ਉਹ ਜਿਹੜਾ 60 ਰੁਪਏ ਕਮਾ ਰਿਹਾ ਹੈਗਾ ਉਹ 75 ਦੇ ਨਾਲ ਹੀ 60 ਰੁਪਏ ਕਮਾ ਰਿਹਾ। ਐਕਚੁਅਲ ਤਾਂ ਕਾਸਟ ਪ੍ਰਾਈਸ ਉਹਦਾ ਇੰਨਾ ਗਾ 100, ਯਾਨੀ ਇਹਨੂੰ ਕਰ ਲਓ ਭਾਵੇਂ ਪੁਆਇੰਟਾਂ ਦੇ ਵਿੱਚ 2 ਛਿੱਕੀ 12 2 ਦੂਣੀ 62.5 ਹੈ। ਐਕਚੁਅਲ ਦੇ ਵਿੱਚ ਤਾਂ ਜਿਹੜਾ ਪ੍ਰਾਈਸ ਹੈ ਕਾਸਟ ਪ੍ਰਾਈਸ ਉਹ 62.5 ਹੈ, ਪਰ ਉਹ 75 ਚ ਵੇਚ ਕੇ ਉਹਨੂੰ ਪ੍ਰੋਫਿਟ ਕਮਾ ਰਿਹਾ, ਯਾਨੀ ਆਹ 75 ਤੇ 62.5 ਚ ਜਿਹੜਾ ਡਿਫਰੈਂਸ ਹੈ ਉਹ 60 ਦੇ ਬਰਾਬਰ ਹੈ। ਆਹੀ ਕਹਿ ਰਹੇ ਨੇ ਕਿ 60 ਰੁਪਏ ਦੇ ਬਰਾਬਰ ਹੈ ਜੇਕਰ ਉਹ 60 ਰੁਪਏ ਪ੍ਰੋਫਿਟ ਕਮਾ ਰਿਹਾ। ਰਾਈਟ, ਸੋ ਯਾਨੀ ਕਹਿਣ ਦਾ ਮਤਲਬ ਕੀ ਹੈ ਕਿ 100 ਰੁਪਿਆ ਆਪਾਂ ਐਡਵਰਟਾਈਜ਼ ਪ੍ਰਾਈਸ ਮੰਨ ਲਿਆ, 25% ਉਹ ਕਮਿਸ਼ਨ ਦੇ ਦਿੰਦੇ, ਯਾਨੀ 75 ਰਹਿ ਗਿਆ। ਹੁਣ 75 ਦਾ ਵੇਚ ਕੇ ਯਾਨੀ ਕਿ ਉਹ 20% ਪ੍ਰੋਫਿਟ ਕਮਾ ਰਿਹਾ, ਯਾਨੀ 75 ਤੇ ਜੇਕਰ 20% ਪ੍ਰੋਫਿਟ ਹੈ ਤਾਂ ਕਾਸਟ ਪ੍ਰਾਈਸ ਕਿੰਨਾ ਆ ਗਿਆ 62.5 ਆ ਗਿਆ। ਹੁਣ ਦੋਨਾਂ ਦੇ ਵਿੱਚ ਡਿਫਰੈਂਸ ਕਿੰਨਾ ਗਾ, ਦੋਨਾਂ ਦੇ ਵਿੱਚ ਡਿਫਰੈਂਸ ਕਿੰਨਾ ਗਾ 75 ਤੇ 62.5 ਦੇ ਵਿੱਚ ਡਿਫਰੈਂਸ ਕਿੰਨਾ ਗਾ, ਤਾਂ ਇਹ ਤੁਹਾਡਾ ਡਿਫਰੈਂਸ ਆ 13.5 ਦਾ। 13.5 ਤੁਹਾਡਾ ਕਿਹਦੇ ਬਰਾਬਰ ਆ ਜੀ 160 ਦੇ ਬਰਾਬਰ ਹੈ। 13.5 ਤੁਹਾਡਾ ਕਿਹਦੇ ਬਰਾਬਰ ਹੈ, ਇੱਥੇ ਆਊਗਾ 12.5 4 ਰਹਿ ਜੂਗਾ ਨਾ 12.5, ਯਾਨੀ 12.5 ਤੁਹਾਡਾ 60 ਦੇ ਬਰਾਬਰ ਹੈ। ਤਾਂ ਆਪਾਂ ਕੱਢਣਾ ਕੀ ਐਡਵਰਟਾਈਜ਼ਮੈਂਟ ਪ੍ਰਾਈਸ ਉਹ ਕਿੰਨਾ ਗਾ 100 ਹੈ। ਤਾਂ ਬਸ ਫਿਰ ਜੇ 12.5 ਤੁਹਾਡਾ 60 ਦੇ ਬਰਾਬਰ ਆ ਤਾਂ 100 ਕੱਢਣਾ ਗਾ ਕਿਹਦੇ ਬਰਾਬਰ ਹੋਊਗਾ, ਤਾਂ 60 125 ਆ ਉੱਪਰ ਲਾ ਦਿਓ 100 ਲਾ ਦਿਓ 25 ਚੌਕਾ 100 25 5 12 ਚੌਕ 48 480 ਆਨਸਰ ਆ ਗਿਆ। 480 ਆਨਸਰ ਆ ਗਿਆ ਹੈ। ਠੀਕ ਹੈ, ਲਾਈਵ ਕਲਾਸ ਹੁੰਦੀ ਤਾਂ ਮੈਂ ਬੜੇ ਠਰਮੇ ਦੇ ਨਾਲ ਇਹਨਾਂ ਚੀਜ਼ਾਂ ਨੂੰ ਪੜ੍ਹਾ ਸਕਦਾ ਸੀ, ਪਰ ਉਹੀ ਗੱਲ ਫਿਰ ਹੈ ਕਿ ਮੈਨੂੰ ਆਪ ਨੂੰ ਫੀਲਿੰਗ ਆਉਂਦੀ ਆ ਜਿਹੜੀ ਤੁਸੀਂ ਫੀਲ ਕਰ ਰਹੇ ਹੋ ਕਿ ਕਾਸ਼ ਇਸ ਚੀਜ਼ ਨੂੰ ਪਹਿਲਾਂ ਕੀਤਾ ਹੁੰਦਾ, ਜਾਂ ਹੋ ਸਕਦਾ ਕਈ ਜਾਣੇ ਜਿਹੜੇ ਮੈਨੂੰ ਨਹੀਂ ਜਾਣਦੇ ਉਹਨਾਂ ਨੂੰ ਲੱਗੂਗਾ ਕਿ ਯਾਰ ਇਹ ਕੀ ਕੁਛ ਚੱਲੀ ਆ, ਸਮਝ ਨਹੀਂ ਲੱਗ ਰਹੀ। ਪਰ ਉਹੀ ਗੱਲ ਆ
कि जेकर तुसीं पहलां वाले सैशन देखोगे तो बहुत तरीके दे नाल तुसीं उन्हां चीज़ां नूं कर सकदे हो। कहता आउट ऑफ 120 एप्लीकेंट्स फॉर ए पोस्ट 70 कहता मेल है, 70 मेल हुण यानी मान लो 120 जाने आ ਉਹਦੇ ਵਿੱਚੋਂ 70 ਮੇਲ ਹੈ। ਇਹਦਾ ਮਤਲਬ ਜੇਕਰ 70 ਮੇਲ ਹੈ ਤਾਂ ਇਹਦਾ ਮਤਲਬ ਜਿਹੜੇ 50 ਹੋਣਗੇ ਉਹ ਕੀ ਹੈ, ਫੀਮੇਲ ਹੈ, 50 ਫੀਮੇਲ ਹੈ। ਹੁਣ ਕਹਿੰਦਾ ਜਿਹੜੇ 80 ਜਾਣੇ ਆ 120 ਦੇ ਵਿੱਚੋਂ ਹੈਵ ਡਰਾਈਵਿੰਗ ਲਾਇਸੈਂਸ, यानी 120 ਦੇ ਵਿੱਚੋਂ ਜੇਕਰ 80 ਜਾਣਾ ਕੋਲੇ ਡਰਾਈਵਿੰਗ ਲਾਇਸੈਂਸ ਹੈਗਾਗਾ ਤੇ ਜਿਹੜੇ 40 ਆ ਜਾਣੇ ਉਹਨਾਂ ਕੋਲੇ ਨਹੀਂ ਹੈਗਾ, ਗੱਲ ਖਤਮ, ਉਹਨਾਂ ਕੋਲੇ ਨਹੀਂ ਹੈਗਾ। 80 ਜਾਣੇ ਕੋਲੇ ਹੈਗਾ, 40 ਜਾਣੇ ਕੋਲੇ ਨਹੀਂ ਹੈਗਾ। ਬਹੁਤ ਸਿੰਪਲ ਜੀ ਗੱਲ ਹੋ ਗਈ। ਕਹਿੰਦਾ ਵਟ ਇਜ਼ ਦਾ ਰੇਸ਼ੋ ਦੱਸੋ, ਰੇਸ਼ੋ ਦੱਸੋ ਮਿਨੀਮਮ ਟੂ ਮੈਕਸੀਮਮ ਨੰਬਰ ਆਫ ਮੇਲਸ ਉਹ ਜਿਨ੍ਹਾਂ ਕੋਲੇ ਲਾਇਸੈਂਸ ਹੈਗਾ। ਮੇਲ ਦੱਸਣੇ ਜਿਨ੍ਹਾਂ ਕੋਲੇ ਲਾਇਸੈਂਸ ਹੈਗਾ, ਬੜਾ ਟ੍ਰਿਕੀ ਕੁਐਸਚਨ ਆ, ਧਿਆਨ ਦੇ ਨਾਲ देखो सीधी जी गल है। मिनीमम टू मैक्सीमम दसना, आह मिनीमम है तो आ तुहाडे मैक्सीमम है। देखो मेल किन्ने आ, मेल आपां नूं दे रखे 70 ते फीमेल किन्नी आ 50। मान लो सारिਆਂ ਦੇ ਸਾਰੇ ਮੇਲਾਂ ਕੋਲੇ ਲਾਇਸੈਂਸ ਹੋਣ ਤਾਂ ਮੈਕਸੀਮਮ ਤਾਂ ਉਹੀ ਹੋ ਸਕਦਾ ਨਾ, ਮੈਕਸੀਮਮ ਤਾਂ ਉਹੀ ਹੋ ਸਕਦਾ ਜੇ ਸਾਰਿਆਂ ਕੋਲੇ ਹੋਣ, 70 ਦੇ 70 ਕੋਲੇ ਹੋਣ। ਅੱਛਾ ਮਿਨੀਮਮ ਕੀ ਹੋ ਸਕਦਾ, ਮਿਨੀਮਮ ਹੋ ਸਕਦਾਗਾ ਕਿ ਜੇਕਰ ਮੰਨ ਲਓ ਸਾਰੀਆਂ ਔਰਤਾਂ ਕੋਲੇ, ਸਾਰੀਆਂ ਫੀਮੇਲ ਕੋਲੇ ਯਾਨੀ 50 ਦੀਆਂ 50 ਕੋਲੇ ਲਾਇਸੈਂਸ ਹੋਵੇ ਤਾਂ ਘੱਟੋ ਘੱਟ 30 ਜਾਣਿਆਂ ਕੋਲੇ ਤਾਂ ਫਿਰ ਵੀ ਹੋਊਗਾ ना, हाँ तो घट्टो घट्ट 30 जाने कोले तो फिर भी होगा। किवें भला जेकर मान लो 50 दियां 50 फीमेल कोले लाइसेंस हैगा, 50 दियां 50 फीमेल कोले लाइसेंस हैगा तो टोटल लाइसेंस है किहदे कोले, 80 जाने कोले आ। तो जेकर 80 दे विचों 50 दियां 50 आपां कुड़ियां कढ दईए तो घट्टो घट्ट 30 मैंबरां कोले, 30 मेलां कोले, 30 मेल्स कोले यानी कि लाइसेंस होगा। यानी मिनीमम आ जिहड़े मेल जिन्हां कोले लाइसेंस होगा 30 जाने आ, तो रेशो इन्हां दी की आ गई 3:7 आ गई। यानी ਇਹਦਾ आंसर आ गया जी सी, ਇਹਦਾ आंसर आ गया सी। इस तो बाद देखो क्वेश्चन ध्यान दे नाल कहंदा x दी स्केयर, x दी स्केयर, x दी पावर स्केयर, x दी पावर स्केयर वेरीज डायरैक्टली y दी पावर क्यूब। हुण कहंदा x दी पावर जेकर x दी बराबर वैल्यू 6 होवे तो 6 दा पावर होगा 36, इहनूं रख लो कांस्टेंट, k कांस्टेंट दा y दी जेकर क्यूब है तो 3 दी क्यूब यानी कि 3 दी क्यूब कितना आ गया 27 आ गया। यानी के दी वैल्यू जी आ गई वह कितनी आ गई भाई 36/27 आ गई, 36/27 आ गई। यानी तुहाडा यह आ गया 9 3 27 तो 9 चौका 36, यानी के दी वैल्यू तुहाडी कितनी आ गई 4/3 आ गई। इस तो बाद अपनों क्या विच ऑफ द फॉलोइंग इक्वेशन करैक्टली, यानी वही गल कि एक्स दी स्केयर बराबर के दी वैल्यू पुट कर दो, के दी वैल्यू पुट कर दो 4/3 आ गई, 4/3 तो वाई का क्यूब आ गया, वाई का क्यूब आ गया। तो 3 उधर ले जाओ, 3x स्केयर बराबर 4 दी वाई क्यूब, 4 दी वाई क्यूब तो आह इक्वेशन बन गई। यानी यदा आंसर आ गया जोड़ा आ आंसर आ गया 3x स्केयर बराबर वाई 4 वाई क्यूब। समझ लगी? सो यदा जो आंसर आ गया डी आंसर आ गया। समझ लगी भाई? हुण आ गया भाई कहता रेशो दे रखी है मोना ते विकास की रेशो दे रखी है, राइट, जी कि 9:10 है। कहता 4 साल बाद इन्हां दी रेशो 11:12 हो जाती है। देखो या तो सिंपली कढ़ लो कि 4 साल बाद इन्हां दी जिहड़ी रेशो है वो 11:12 हो जाती, या तो सिंपल कढ़ लो 12 9 108, 12 चौक 48, 11 दाया 110, 11 चौक 44। तो यह आ गया तुहाडा 2x तो आह 48 4 कढ़ लो तो 2x की वैल्यू कितनी आ गई 2 आ गई। तो यह मतलब x की वैल्यू जो 2 आ गई तो 9 दूनी 18 बन गया, आह बन गया तुहाडा 10 दूना 20। पुछा कि मोना की एज पूछी तो मोना की एज कितनी आ गई 18 आ गई, राइट। ਜਾਂ ਤਾਂ ਇਹਨੂੰ ਇਸ ਤਰੀਕੇ ਨਾਲ ਕੱਢ ਲਓ ਜਿਹੜਾ ਕਿ ਲੰਮਾ ਮੈਥਡ ਹੈ, ਤੇ ਨਹੀਂ ਫਿਰ ਇਹਨੂੰ ਇਸ ਤਰੀਕੇ ਨਾਲ ਕੱਢ ਸਕਦੇ ਹੋ ਬਿਲਕੁਲ ਸ਼ਾਰਟਕਟ ਕਿ ਜਦੋਂ ਤੁਹਾਨੂੰ ਮੋਨਾ ਤੇ ਵਿਕਾਸ ਦੀ ਏਜ ਪਤਾ ਹੀ ਆ ਕਿ 9:10 ਹੈ, ਮੋਨਾ ਤੇ ਵਿਕਾਸ ਦੀ ਏਜ ਤੁਹਾਨੂੰ ਪਤਾ ਹੀ ਆ ਕਿ 9:10 ਹੈ, ਤਾਂ ਮੋਨਾ ਦੀ ਪ੍ਰੈਜ਼ੈਂਟ ਏਜ ਕੱਢਣੀ ਹੈ। ਤਾਂ ਪਹਿਲਾ ਆਪਸ਼ਨ ਦੇਖੋ 9 ਦਾ ਮਲਟੀਪਲ ਹੋਣਾ ਚਾਹੀਦਾ ਕਿਉਂਕਿ ਮੋਨਾ ਦੀ ਜਿਹੜੀ ਰੇਸ਼ੋ ਦੇ ਵਿੱਚ 9 ਹੈ, ਤਾਂ 9 ਦਾ ਮਲਟੀਪਲ 22 ਵੀ ਹੈ ਨਹੀਂ, 9 ਦਾ ਮਲਟੀਪਲ 20 ਵੀ ਹੈ ਨਹੀਂ। ਕਾਂਟ ਸੇ ਵੀ ਆਨਸਰ ਇਹਦਾ ਆਪਾਂ केरा छड़ दें। तो जो मैं देखा कि आह 9 दूनी 18 बनता तो आह 10 दूना 20 बनूगा, यानी 9 दूनी 18 तो आह 10 दूना 20 बनू, यानी विकास की उम्र 20 आ गई। 4 सालों बाद यदी उम्र हो जूगी 22, यदी उम्र हो जूगी 24। तो इन्हों की रेशो की बन रही है 11:12 बन रही है, सो बन ही रही है। सो उही चीज़ है, यानी आही ऑप्शन बिल्कुल राइट हो गया। आह कुछ करने की लोड़ है ही नहीं सी, पर उही गल भी इन्हों की क्वेश्चन आप बहुत प्रैक्टिस कर रखी है। ਹੁਣ ਕਹਿੰਦਾ ए ਆ ਜਿਹੜਾ ਉਹ 40 ਸਾਲਾਂ ਦਾ, ए ਆ ਜਿਹੜਾ ਕਹਿੰਦਾ ਉਹ ਜੀ 40 ਸਾਲਾਂ ਦਾ, ਤੇ ਜਿਹੜਾ B ਆ ਉਹ ਕਹਿੰਦਾ ਹੈਗਾ ਜੀ 60 ਸਾਲਾਂ ਦਾ। ਯਾਨੀ ਇਹਨਾਂ ਦੀ ਰੇਸ਼ੋ ਆ ਜਿਹੜੀ ਉਹ ਇੰਨੀ ਆ ਗਈ 4:6 ਆ ਗਈ। ਹੁਣ ਕਹਿੰਦਾ ਜਾਂ ਐਂ ਕਰ ਲਓ, ਰੇਸ਼ੋ ਵੀ ਲਿਖਣ ਦੀ ਲੋੜ ਹੀ ਨਹੀਂ, ਸਿੱਧਾ ਹੀ ਆ 40 ਹੈ ਤੇ ਆ 60 ਹੈ। ਹੁਣ ਕਹਿੰਦਾ ਦੱਸੋ ਕਿੰਨੇ ਸਾਲ ਪਹਿਲਾਂ ਇਹਨਾਂ ਦੀ ਰੇਸ਼ੋ ਜਿਹੜੀ 3:5 ਹੋਊਗੀ,
3:5 ਹੋਊਗੀ ਤਾਂ ਬਿਲਕੁਲ ਸੌਖਾ ਹੈਗਾ। ਤਾਂ ਜੇ 5 ਸਾਲ ਆਪਾਂ ਪਹਿਲਾਂ ਚਲੀਏ ਤਾਂ ਇਹਦੀ ਉਮਰ ਹੋਊਗੀ ਜੀ 35, ਇਹਦੀ ਉਮਰ ਹੋਊਗੀ 55। ਕੀ ਇਹ 3:5 ਬਣ ਰਿਹਾ? ਨਹੀਂ ਬਣ ਰਿਹਾ। ਤਾਂ 10 ਸਾਲ ਪਹਿਲਾਂ ਚਲੇ ਜਾਓ। 10 ਸਾਲ ਪਹਿਲਾਂ ਜੇਕਰ ਗਿਆ ਤਾਂ ਇਹਦੀ ਉਮਰ ਹੋਊਗੀ 30, ਇਹਦੀ ਉਮਰ ਹੋਊਗੀ 50, ਤਾਂ ਰੇਸ਼ੋ ਬਣ ਗਈ 3:5 ਤੇ ਇਹਦਾ ਮਤਲਬ 10 ਆਨਸਰ ਆ ਗਿਆ। ਬਿਲਕੁਲ ਸੌਖਾ, ਠੀਕ ਹੈ। ਸੋ ਅਪਰੋਚ ਸਹੀ ਰੱਖਣੀ ਹੈ, ਅਪਰੋਚ ਸਹੀ ਰੱਖੋਗੇ ਤਾਂ ਕੁਐਸਚਨ ਤੁਹਾਡੇ ਬਿਲਕੁਲ ਸੋਲਵ ਹੁੰਦੇ ਰਹਿਣਗੇ। ਸਮਝ ਲੱਗੀ ਭਾਈ? ਸੋ ਅਗਲਾ ਕੁਐਸਚਨ ਆ ਗਿਆ, ਕਹਿੰਦਾ ਦੇਖੋ ਭਾਈ ਧਿਆਨ ਦੇ ਨਾਲ, ਮੰਡੇ ਟੂ ਥਰਸਡੇ यानी मंडे ट्यूसडे वैडनसडे ते थर्सडे, राइट है। इन्हां दी जिहड़ी एवरेज आ वो कहंदा 35 डिग्री आ। 4 दिन ते इन्हां ते जोड़ के बन जू 35 डिग्री गुणा 4, राइट है। 4 दिन कहंदा उस तो बाद ट्यूसडे टू फ्राइडे यानी ट्यूसडे वैडनसडे थर्सडे एंड फ्राइडे, इन्हां दी जिहड़ी एवरेज हैगी वो कितनी है? 30 है। तो 30 डिग्री है तो 4 दिन ये है तो ये हो जाऊगा 30 गुणा 4, इन्हां दा जोड़ बन गया, राइट है। हुण आह जोड़ कितना आ गया? 140 आ गया। आह जोड़ कितना आ गया? 120 आ गया, राइट है। हुण सीधी जी गल है, ट्यूसडे वैडनसडे थर्सडे, ट्यूसडे वैडनसडे थर्सडे, राइट आ तिन्ने कट्टे जाणगे यानी मंडे माइनस फ्राइडे, यानी मंडे माइनस फ्राइडे 140 चों भी 20 कढ़ दो 120 तो कितना आ जाऊ? यानी इन्हां दोनों दे विच डिफरेंस है जिहड़ा तुहाडा 20 आ गया। इन्हां दोनों दे विच डिफरेंस तुहाडा 20 आ गया, बिल्कुल सौखा। कहंदा इफ द टेंपरेचर ऑन मंडे इज, टेंपरेचर ऑन मंडे इज 50% मोर दैन फ्राइडे, 50% मोर दैन, जेकर फ्राइडे का आप 100% मान ली तो यह 50 ज़्यादा 150 होगा तो कितना हो गया जी? ये 3:2 हो गया। हुण इन्हां दोनों के डिफरेंस 1 का जिहड़ा कि 1 बराबर की है 20 के बराबर है। आही 1 बराबर डिफरेंस है जिहड़ा 20 के बराबर है। जो 1 बराबर 20 के बराबर है तो आह 3 कि बराबर आ जाऊगा? 60 के। आह 2 बराबर कि आ जाऊगा? 40 के। 3 20 नूं 60 ना कर दो, 2 20 40 आ गया। तो आपां नूं पुछया की आ, कहंदा भी टेंपरेचर फ्राइडे का की हो गया, तो फ्राइडे का टेंपरेचर कितना है? 40 आ। सो यानी इसका आंसर आ जाऊगा ए ऑप्शन। बिल्कुल सौखा, बिल्कुल आसान, बहुत क्वेश्चन तरीके दे इहो जिहे कीते होए। एवरेज एज ऑफ क्लास कहंदा 30 स्टूडेंटां दी जिहड़ी एवरेज आ एंड एक टीचर की कहंदा उदों रिड्यूस हो जाती है 0.5 दे नाल जदों कहंदा ओह टीचर एक्सक्लूड कर दी जाती है। इफ वी एक्सक्लूड द टीचर 0.5 उदों घट जाती है एवरेज जदों उस टीचर नूं आपां कढ़ता। कहंदा जेकर उन्हां दी इनीशियल एवरेज 14 होवे तां दसो कहंदा क्लास टीचर की उम्र कितनी है। सिंपल जी गल है, जदों एक क्लास टीचर नूं कढ़िया गया तो एवरेज घटण का मतलब की है? एवरेज घटण का मतलब यह है भी उस क्लास टीचर की बाकी स्टूडेंटां दे नालों उम्र ज़्यादा होगी, राइट। यानी कि जेकर मान लो एवरेज घटी आ तो पहला एवरेज 14 सी, पहला एवरेज 14 सी, पहला एवरेज 14 सी तो हुण 30 स्टूडेंटां की एवरेज घट गई किहदे करके? जदों टीचर चले गए। हुण 30 स्टूडेंटां दे विचों जदों घटी आ 0.5 तो हरेक स्टूडेंट चों 0.5 0.5 0.5 0.5 कढ़ के लै गई। तो हरेक स्टूडेंट दे विच जेकर 0.5 कढ़ के लै गई तो कितना कढ़ के लै गई? 15 कढ़ के लै गई मैडम। तो जो 15 कढ़ के लै गई तो यह मतलब मैडम 15 पहला ज़्यादा होगी। जेकर 14 एवरेज है तो यह मतलब मैडम की उम्र 15 ज़्यादा होगी, तो यह मतलब मैडम की उम्र कितनी होगी? 29 होगी। सो हुण आह कंसैप्ट जेकर समझ नहीं लग्या तो कसूर थोड़ा, क्योंकि मेरे वालों कोई भी कसर नहीं छड्डेगी इसनूं समझाउण वास्ते। हाँ, इस वीडियो दे विच नहीं पर बहुत सारे सैशन इत्ते मैं लाए होया ऑलरेडी, राइट। चाहे वो पेड कोर्स है चाहे कोई भी है। सो फिर मैं कहना कि प्लीज़ एक बारी प्ले लिस्ट के विच जाना है, ठीक है। प्ले लिस्ट के विच जा वड़ियो। पटवारी वास्ते मैं स्पैशल 45 डेज रिमेनिंग समथिंग एक सीरीज़ चलाई सीगी, वो सीरीज़ के तुहानूं लिंक सारे मिल जाएंगे। प्लीज़ उन्होंने चैक करो, राइट है। जेकर कोई फर्दर किसी भी एग्जाम की तैयारी करते हो तो तुसीं रेस अकैडमी ऑफिशियल इंस्टॉल कर सकते हो। उत्थे बहुत सारे टैसट सीरीज चल रही हैं, राइट, बहुत सारे टैसट सीरीज चल रही हैं। तो बाकी उही गल है कि भाई 50% तो चलो हुण अज दा दिन ही लंघ गया, 50% ऑफ लग रखा है, ठीक है। तुसीं ज्वाइन कर सकते हो रेस अकैडमी ऑफिशियल। बाकी बहुत सारे लिंक है। पंजाब जी के कंप्लीट करनी है करवाती, पॉलिटी कंप्लीट करनी है करवाती, सारा कुछ यूट्यूब पर पिया। एक बार देख के जाना पेपर तो पहला, पक्की गल है कि तुहानूं फायदा होगा। सो थैंक यू वेरी मच। बाबा मेहर करे, चढ़दी कला चलो इस तरीके पढ़ते रहो तो आप होर नवीं वीडियोज़ नाल मिलते रहेंगे। बाय बाय, टेक केयर, धन्यवाद।